ਜਿਸਨੂੰ ਮਤਿ ਆਵੇ ਸੋ ਸਤਿਗੁਰ ਮਹਿ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਗੌੜੀ ਮਹਿਲਾ ਪੰਜਵਾਂ। ਨਿਤ ਪ੍ਰਤ ਨਾਵਣ ਰਾਮ ਸਰ ਕੀਜੈ। ਚੋਲ ਮਹਾਰਸ ਹਰ ਅੰਮ੍ਰਿਤ ਪੀਜੈ। ਰਹਾਉ ਨਿਰਮਲ ਉਦਕ ਗੋਵਿੰਦ ਕਾ ਨਾਮ। ਮਜਨ ਕਰਤ ਪੂਰਨ ਸਭ ਕਾਮ। ਸੰਤ ਸੰਗ ਤਹ ਗੋਸ਼ਟ ਹੋਏ। ਕੋਟ ਜਨਮ ਕੇ ਕਿਲ ਵੇਖ ਖੋਏ। ਸਿਮਰੈ ਸਾਧ ਕਰੈ ਆਨੰਦ। ਮਨ ਤਨ ਰਵਿਆ ਪਰਮਾਨੰਦ। ਜਿਸੈ ਪ੍ਰਾਪਤ ਹਰ ਚਰਨ ਨਿਦਾਨ। ਨਾਨਕ ਦਾਸ ਤਿਸੈ ਕੁਰਬਾਨ। ਜਿਸੈ ਪ੍ਰਾਪਤ ਹਰ ਚਰਨ
ਚਰਨ ਨਿਧਾਨ। ਨਾਨਕ ਦਾਸ ਤਿਸੈ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਮਹਿਲਾ ਪੰਜਵਾਂ, ਗੌੜੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਇਹ ਪਾਵਨ ਸ਼ਬਦ 198 ਅੰਗ ਤੇ ਦਰਜ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਭਾਈ ਹਿੰਮਤਵੀਰ ਸਿੰਘ ਜੀ, ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਆਪ ਜੀ ਦਾ ਸਮਾਂ ਹੈ ਸਾਡੇ ਪਾਸ। ਪ੍ਰਬੰਧਕ ਸੇਵਾਦਾਰਾਂ ਵੱਲੋਂ ਧੰਨਵਾਦ। ਅੰਮ੍ਰਿਤ ਦਾ ਬਾਟਾ ਹਰ ਐਤਵਾਰ 11 ਵਜੇ ਤਿਆਰ ਹੁੰਦਾ ਹੈ। ਕੇਸੀ ਇਸ਼ਨਾਨ ਕਰਕੇ ਪਹੁੰਚੋ, ਗੁਰੂ ਵਾਲੇ ਬਣੋ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਨਿਸ਼ਾਨੀ ਗੁਰਪੁਰਬ 15 ਤਰੀਕ ਨੂੰ ਹੈ, ਜੋ ਵਿਸ਼ੇਸ਼ ਕਰਕੇ ਇਸ ਸਥਾਨ ਤੇ 15 ਤਰੀਕ ਸ਼ਾਮ ਨੂੰ ਮਨਾਇਆ ਜਾਵੇਗਾ। ਸੋਦਰ ਦੇ ਪਾਠ ਤੋਂ ਲੈ ਕੇ ਰਾਤ 10:30 11 ਵਜੇ ਤੱਕ ਦੀਵਾਨ ਸਜਣਗੇ, ਦੀਪਮਾਲਾ ਹੋਏਗੀ। ਇਹ ਉਹ ਗੁਰਪੁਰਬ ਹੈ ਜਦੋਂ ਗੁਰੂ ਕਲਗੀਧਰ ਪਿਤਾ ਨੇ ਸਾਨੂੰ ਹੁਕਮ ਕੀਤਾ ਸੀ ਕਿ ਗੁਰੂ ਮਾਨਿਓ ਗ੍ਰੰਥ ਨਾਂਦੇੜ ਦੀ ਧਰਤੀ, ਅਬਚਲ ਨਗਰ ਦੀ ਧਰਤੀ, ਹਜੂਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਸੋ ਸਭ ਨੂੰ ਬੇਨਤੀ ਹੈ ਕਿ ਜੇ ਦੇਹਧਾਰੀ ਗੁਰੂ ਡੰਮ ਨੂੰ ਰੋਕਣਾ ਹੈ, ਨਿਸ਼ੇਧ ਕਰਨਾ ਹੈ, ਤਾਂ ਹਰ ਕਲੋਨੀ, ਹਰ ਮਹੱਲੇ, ਹਰ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਗੁਰਪੁਰਬ ਮਨਾਇਆ ਕਰੋ। ਦੁਨੀਆ ਨੂੰ ਦੱਸਿਆ ਕਰੋ ਕਿ ਸਾਡਾ ਗੁਰੂ ਕੋਈ ਦੇਹਧਾਰੀ ਨਹੀਂ ਹੋ ਸਕਦਾ, ਸਾਡਾ ਗੁਰੂ ਕੇਵਲ ਤੇ ਕੇਵਲ ਗ੍ਰੰਥ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ 27 ਤਰੀਕ ਨੂੰ ਹੈ, ਜੋ ਰਕਾਬਗੰਜ ਸਾਹਿਬ ਮਨਾਇਆ ਜਾਵੇਗਾ। ਨਗਰ ਕੀਰਤਨ 26 ਤਰੀਕ ਨੂੰ ਹੈ, ਜੋ ਸੀਸਗੰਜ ਸਾਹਿਬ ਤੋਂ ਲੈ ਕੇ ਨਾਨਕ ਪਿਓ ਸਾਹਿਬ ਤੱਕ ਸਜੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਭਾਵੇਂ 2 ਲੱਡੂ ਇੱਕ ਡੱਬੇ ਵਿੱਚ ਪਾਓ, ਭਾਵੇਂ 4 ਪਾਓ। ਆਪਣੀ ਗਲੀ, ਆਪਣੀ ਕਲੋਨੀ, ਆਪਣੇ ਮਹੱਲੇ ਵਿੱਚ ਜਿੰਨੀ ਵਾਹਿਗੁਰੂ ਨੇ ਤੁਹਾਨੂੰ ਸਮਰੱਥਾ ਦਿੱਤੀ ਹੈ, ਜਿਵੇਂ ਆਪਾਂ ਦੀਵਾਲੀ ਦੀਆਂ ਵਧਾਈਆਂ ਦਿੰਦੇ ਹਾਂ, ਇਸ ਦੀ ਖੁਸ਼ੀ ਮਨਾਉਂਦੇ ਹਾਂ, ਇਸ ਤੋਂ ਕਈ ਹਜ਼ਾਰ ਗੁਣਾ ਖੁਸ਼ੀ ਆਪਣੇ ਪੈਗੰਬਰ ਦੇ ਗੁਰਪੁਰਬ ਦੀ ਮਨਾਓ। ਦੁਨੀਆ ਨੂੰ ਦੱਸੋ ਸਾਡਾ ਪੈਗੰਬਰ ਗੁਰੂ ਨਾਨਕ ਹੈ। ਸਿੱਖੀ ਨੂੰ ਕਿਸੇ ਵੀ ਤਰ੍ਹਾਂ ਆਪ ਜੀ ਜਿਹੜੇ ਵੰਡਦੇ ਨੇ, ਖਡਾਉਂਦੇ ਨੇ, ਉਹਨਾਂ ਨੂੰ ਜਵਾਬ ਦੇਣ ਦਾ ਇੱਕੋ ਹੀ ਤਰੀਕਾ ਹੈ ਕਿ ਅਸੀਂ ਇੱਕ ਮਤ ਸਭ ਨੂੰ ਦਸੀਏ ਕਿ ਸਾਡਾ ਪੈਗੰਬਰ ਗੁਰੂ ਨਾਨਕ ਹੈ। ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਜਿਹੜੇ ਦਿਨ ਵਿੱਚ 15 ਵਾਰੀ ਧੰਨ ਗੁਰੂ ਨਾਨਕ ਆਖਦੇ ਨੇ ਕਿ ਭਾਈ ਘੱਟੋ ਘੱਟ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਤੇ ਮਨਾਓ।
ਉਦੋਂ ਵੀ ਦੇਸੀ ਘਿਓ ਦੀਆਂ ਜਲੇਬੀਆਂ ਕੱਢ ਲਓ, ਕਿਉਂਕਿ ਅਸੀਂ ਵੱਖਰੇ ਵੱਖਰੇ ਸੰਪਰਦਾਵਾਂ ਵਿੱਚ ਵੰਡ ਕੇ ਆਪਣੇ ਆਪਣੇ ਮਹਾਂਪੁਰਖਾਂ ਨੂੰ ਵੱਡਾ ਕਰਕੇ ਦੱਸਣ ਤੇ ਲੱਗੇ ਹੋਏ ਆ। ਪਰ ਪ੍ਰਸ਼ਾਦਾ ਪਾਣੀ ਸਾਡਾ ਚੱਲਦਾ ਹੈ ਜਦੋਂ ਅਸੀਂ ਕਹਿੰਦੇ ਹਾਂ ਧੰਨ ਗੁਰੂ ਨਾਨਕ। ਸੋ ਜਿਹੜਾ ਧੰਨ ਗੁਰੂ ਨਾਨਕ ਹੈ ਉਹ ਸੱਚੀ ਮੁੱਚੀ ਧੰਨ ਹੈ। ਉਹ ਆਪ ਨਿਰੰਕਾਰ ਹੈ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਸੋ ਆਪਾਂ ਇਹ ਦੁਨੀਆ ਨੂੰ ਸੁਨੇਹਾ ਦੇਣ ਦਾ ਯਤਨ ਕਰੀਏ। ਇਹ ਹੈ ਇੱਕ ਮਾਤਰ ਤਰੀਕਾ। ਦੂਸਰੀ ਜਿਹੜੀ ਨਗਰ ਕੀਰਤਨਾਂ ਤੇ ਗੁਰਪੁਰਬਾਂ ਤੇ ਸਟਾਲ ਲਾਉਣ ਦੀ ਗੱਲ ਹੈ, ਉਸ ਨੂੰ ਅੱਧਾ ਕਰ ਲਓ। ਅੱਧਾ ਪੈਸਾ ਲੰਗਰ ਤੇ ਲਾਓ, ਅੱਧਾ ਪੈਸਾ ਵਿਦਿਆ ਤੇ ਲਾਓ, ਐਜੂਕੇਸ਼ਨ ਤੇ ਲਾਓ, ਤਾਂ ਕਿ ਜਿਹੜੇ ਸਾਡੇ ਸਿੱਖ ਪਰਿਵਾਰ ਨੇ ਉਹਨਾਂ ਦੇ ਬੱਚੇ ਪੜ੍ਹ ਸਕਣ। ਹਾਂ, ਮਦਦ ਕਰਦਿਆਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਬੱਚਾ ਕੇਸਾਂ ਧਾਰੀ ਹੋਵੇ, ਬੱਚਾ ਅੰਮ੍ਰਿਤਧਾਰੀ ਹੋਵੇ, ਬੱਚਾ ਬਾਣੀ ਪੜ੍ਹੇ। ਘੱਟੋ ਘੱਟ ਪੜ੍ਹਦਿਆਂ ਜਪਜੀ ਸਾਹਿਬ ਰਹਿ ਰਾਸ ਉਹਨਾਂ ਬੱਚਿਆਂ ਨੂੰ ਜ਼ੁਬਾਨੀ ਕੰਠ ਹੋਵੇ। ਜਦੋਂ ਇੱਦਾਂ ਅਸੀਂ ਆਪਣੇ ਪਰਿਵਾਰਾਂ ਨੂੰ ਚੁੱਕਾਂਗੇ, ਕੌਮ ਦੀ ਵੀ ਚੜ੍ਹਦੀ ਕਲਾ ਹੋਵੇਗੀ, ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਵੀ ਸਾਨੂੰ ਮਿਲਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ कोट पराध हमारे खंडो, अनक विधि समझावो। हम अज्ञान अल्प मत थोरी, तुम आपन बिरद रखावो। तुम्हारी शरण तुम्हारी आसा, तुम ही सज्जन सुहेले। राखो राखण हार दयाला, नानक घर के गोले। राखो राखण हार दयाला, नानक घर के गोले। सतगुरु श्री गुरु ग्रंथ साहिब सच्चे पातशाह जी तिन्हां दी पावन पवित्र हजूरी अंदर बाला प्रीतम अष्टम बलबीरा धन सतगुरु श्री गुरु हरकृष्ण सच्चे पातशाह जी तिन्हां दे पावन इतिहासिक अस्थान गुरुद्वारा बंगला साहिब विखे हाज़री भर रही सत्कारयोग गुरु प्यारी गुरु सवारी साध संगत, अपार रहमत बख्शिश वरताई है पातशाह जी ने, जो अपने पावन चरणा अंदर जुड़ बैठन दा इस सुभागड़ा समा सानू सारियां नू बख्शिया है। गुरु घर दे निता प्रति नेम अनुसार गुरमुख प्यारियां पासों आप जी ने आसा की वार दे कीर्तन श्रवण कीते हन। उपरंत जो इस पावन अस्थान ते श्री गुरु ग्रंथ साहिब जी की लड़ीवार कथा विचार चल रही है,
ਉਸ ਦੇ ਤਹਿਤ ਅੱਜ ਜਿਹੜੇ ਪਾਵਨ ਬਚਨਾਂ ਦੀ ਵਿਚਾਰ ਦੇ ਨਾਲ ਅਸੀਂ ਜੁੜਨਾ ਹੈ, ਸਤਿਗੁਰੂ ਪਾਤਸ਼ਾਹ ਜੀ ਦੇ ਉਹ ਪਾਵਨ ਬਚਨਾਂ ਦਾ ਪਾਠ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਪਾਸੋਂ ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਸਤਿਗੁਰੂ ਪਾਤਸ਼ਾਹ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਸਾਰੀ ਸੰਗਤ ਬੜੇ ਹੀ ਪਿਆਰ ਅਦਬ ਸਹਿਤ ਸਤਿਗੁਰਾਂ ਦੀ ਬਖਸ਼ਿਸ਼ ਹੋਈ ਫਤਿਹ ਸਾਂਝੀ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਵਿਚਾਰ ਅਧੀਨ ਸ਼ਬਦ ਸ਼ਹੀਦਾਂ ਦੇ ਸਿਰ ਤਾਜ ਬਾਣੀ ਕੇ ਬੋਹਿਥ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਹੋਏ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 198, 199 ਤੇ ਗੌੜੀ ਰਾਗ ਦੇ ਅੰਦਰ ਸੁਸ਼ੋਭਿਤ ਹਨ। ਸਾਧ ਸੰਗਤ, ਗੁਰਮਤਿ ਦੇ ਮਾਰਗ ਦੀ ਸਿਖਰਤਾ ਹੈ ਰੱਬੀ ਮਿਲਾਪ। ਕੁੱਲ ਬ੍ਰਹਿਮੰਡ ਦੇ ਹਰ ਇੱਕ ਕਣ ਦੇ ਅੰਦਰ ਰਮੇ ਹੋਏ ਵਸੇ ਹੋਏ ਪਰਮਾਤਮਾ ਦੇ ਨਾਲ ਅਭੇਦਤਾ ਕਿਵੇਂ ਬਣ ਆਵੇ। ਗੁਰਮਤਿ ਇਸ ਸਿਖਰਤਾ ਤੱਕ, ਇਸ ਅਭੇਦਤਾ ਤੱਕ ਜੀਵ ਨੂੰ ਲੈ ਕੇ ਜਾਂਦੀ ਹੈ। ਆਪਾਂ ਜਿੰਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਪੜ੍ਹਾਂਗੇ ਨਾ, ਤੇ ਗੁਰੂ ਸਾਹਿਬ ਜੀ ਦੀ ਸੰਪੂਰਨ ਹੀ ਬਾਣੀ ਦਾ ਉਪਦੇਸ਼ ਮਨੁੱਖ ਨੂੰ ਉਸ ਦੀ ਇਸ ਮੰਜ਼ਿਲ ਤੱਕ ਪਹੁੰਚਾਉਂਦਾ ਹੈ। ਅੱਜ ਦੇ ਵੀ ਇਹਨਾਂ ਪਾਵਨ ਬਚਨਾਂ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਇਸ ਅਭੇਦਤਾ ਦਾ ਜ਼ਿਕਰ ਕੀਤਾ ਹੈ ਕਿ ਇਸ ਅਭੇਦਤਾ ਦਾ ਆਨੰਦ ਕੀ ਹੈ, ਉੱਥੇ ਹੀ ਇਸ ਅਭੇਦਤਾ ਦੀ ਮੰਜ਼ਿਲ ਤੱਕ, ਰੱਬੀ ਮਿਲਾਪ ਤੱਕ ਕੋਈ ਜੀਵ ਕਿਵੇਂ ਪਹੁੰਚ ਸਕਦਾ, ਉਹ ਸਾਰਾ ਰਸਤਾ, ਉਹ ਸਾਰੀ ਜੁਗਤੀ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਅੱਜ ਸੋਝੀ ਬਖਸ਼ਿਸ਼ ਕਰ ਰਹੇ ਹਨ। ਧਰਮ ਦੀ ਦੁਨੀਆ ਦੇ ਅੰਦਰ ਇਸ ਰੱਬੀ ਮਿਲਾਪ ਦੇ ਵਾਸਤੇ ਸਾਧ ਸੰਗਤ ਜੀ ਬੜੇ ਕਰਮ ਕੀਤੇ ਜਾਂਦੇ ਹਨ, ਪਰ ਜਿਹੜਾ ਕਰਮ, ਜਿਹੜੀ ਜੁਗਤੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੱਸੀ ਹੈ, ਉਹ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਅੱਜ ਸਾਨੂੰ ਦ੍ਰਿੜ ਕਰਵਾ ਰਹੇ ਹਨ। ਗੌੜੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ। ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਰਹਾਉ ਦੀਆਂ ਪੰਕਤੀਆਂ ਵੀ ਹਨ, ਤੇ ਆਪ ਜੀ ਅਕਸਰ ਹੀ ਵਿਦਵਾਨ ਜਨਾਂ ਨੂੰ ਸ਼ਰਵਣ ਕਰਦੇ ਹੋ ਕਿ ਕਿਸੇ ਵੀ ਸ਼ਬਦ ਦੀ ਸਮੁੱਚੀ ਵਿਚਾਰ, ਜਿਹੜੇ ਸ਼ਬਦ ਦੇ ਅੰਦਰ ਰਹਾਉ ਦੀਆਂ ਪੰਕਤੀਆਂ ਹੁੰਦੀਆਂ ਹਨ, ਉਹਨਾਂ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਸ਼ਬਦ ਦੀ ਵਿਚਾਰ ਦਾ ਕੇਂਦਰੀ ਭਾਵ ਹੁੰਦਾ ਹੈ। ਤੇ ਅੱਜ ਦੀ ਸ਼ਬਦ ਦੀ ਵਿਚਾਰ ਜਿਹੜੀ ਹੈ, ਸਤਿਗੁਰੂ ਪਾਤਸ਼ਾਹ ਜੀ ਮੂਲ ਉਪਦੇਸ਼ ਕੇਂਦਰੀ ਭਾਵ ਸਾਨੂੰ ਰਹਾਉ ਦੇ ਵਿੱਚ ਦ੍ਰਿੜ ਕਰਵਾ ਰਹੇ ਨੇ। ਬਚਨ ਬੜੇ ਪਿਆਰੇ ਹਨ। ਨਿਤ ਪ੍ਰਤ ਨਾਵਣ ਰਾਮ ਸਰ ਕੀਜੈ, ਝੋਲ ਮਹਾਰਸ ਹਰ ਅੰਮ੍ਰਿਤ ਪੀਜੈ। ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲੀ ਪੰਕਤੀ ਦੇ ਵਿੱਚ ਉਦਾਹਰਨ ਵਰਤੀ ਹੈ ਇਸ਼ਨਾਨ ਦੀ, ਨਹਾਉਣ ਦੀ। ਪਾਤਸ਼ਾਹ ਜੀ ਕਹਿੰਦੇ ਨੇ ਨਿਤ ਪ੍ਰਤ। ਨਿਤ ਪ੍ਰਤ ਦਾ ਭਾਵ ਹੈ ਹਮੇਸ਼ਾ, ਸਦਾ। ਨਿਤ ਪ੍ਰਤ ਨਾਵਣ ਰਾਮ ਸਰ ਕੀਜੈ, ਕਹਿੰਦੇ ਭਲਿਆ ਇੱਕ ਨਹਾਉਣ, ਇੱਕ ਇਸ਼ਨਾਨ ਤੂੰ ਰੋਜ਼ਾਨਾ ਕਰ। ਉਹ ਇਸ਼ਨਾਨ ਕਿਹੜਾ ਹੈ? ਨਿਤ ਪ੍ਰਤ ਨਾਵਣ, ਰੋਜ਼ਾਨਾ ਇੱਕ ਇਸ਼ਨਾਨ ਕਰ, ਰੋਜ਼ਾਨਾ ਇਹ ਨਹਾ। ਉਹ ਕਿਹੜਾ ਨਹਾਉਣਾ ਹੈ? ਰਾਮ ਸਰ ਕੀਜੈ। ਉਹ ਇਸ਼ਨਾਨ ਕਿੱਥੇ ਕਰਨਾ? ਰਾਮ ਸਰ ਦੇ ਅੰਦਰ। ਇੱਥੇ ਰਾਮ ਸਰ ਦਾ ਭਾਵ ਦੋਵੇਂ ਸ਼ਬਦ ਵੱਖੋ ਵੱਖਰੇ ਲਿਖੇ ਹਨ। ਸਰ ਕਹਿੰਦੇ ਹਨ ਸਾਧ ਸੰਗਤ ਜੀ ਸਰੋਵਰ ਨੂੰ। ਜਿਵੇਂ ਅਸੀਂ ਸ੍ਰੀ ਅੰਮ੍ਰਿਤਸਰ ਜਦੋਂ ਦਰਸ਼ਨ ਦਿਦਾਰੇ ਕਰਦੇ ਹਨ, ਉੱਥੇ 5 ਸਰੋਵਰ ਹਨ ਪੂਰੇ ਨਗਰ ਦੇ ਅੰਦਰ। ਜਿਹੜੇ ਸਰੋਵਰ ਦੇ ਅੰਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੀ ਸੁੰਦਰ ਇਮਾਰਤ ਸੁਸ਼ੋਭਿਤ ਹੈ, ਉਸ ਸਰੋਵਰ ਦਾ ਨਾਮ ਹੈ ਅੰਮ੍ਰਿਤਸਰ, ਭਾਵ ਕਿ ਅੰਮ੍ਰਿਤ ਦਾ ਸਰੋਵਰ। ਸਰ ਦਾ ਮਤਲਬ ਹੈ ਸਰੋਵਰ। ਸਰ ਦੇ ਨਾਲ ਇੱਥੇ ਸ਼ਬਦ ਆਇਆ ਹੈ ਰਾਮ। ਇੱਥੇ ਰਾਮ ਅਕਾਲ ਪੁਰਖ ਦੀ ਕੁੱਲ ਬ੍ਰਹਿਮੰਡ ਦੇ ਅੰਦਰ
ਜਿਹੜੀ ਹਸਤੀ ਹੈ, ਜਿਹੜੀ ਹੋਂਦ ਹੈ, ਪਰਮਾਤਮਾ ਕੁੱਲ ਬ੍ਰਹਿਮੰਡ ਦੇ ਕਣ ਕਣ ਦੇ ਅੰਦਰ ਜੋ ਰਮਿਆ ਹੋਇਆ, ਉਸ ਗੁਣ ਦਾ ਲਖਾਇਕ ਹੈ ਇਹ ਸ਼ਬਦ ਰਾਮ। ਰਾਮ ਦਾ ਭਾਵ ਹੈ ਰਮਿਆ ਹੋਇਆ ਅਕਾਲ ਪੁਰਖ, ਰਮਿਆ ਹੋਇਆ ਪਰਮਾਤਮਾ। ਪਾਤਸ਼ਾਹ ਜੀ ਕਹਿ ਰਹੇ ਨੇ ਕਿ ਉਹ ਪਰਮਾਤਮਾ ਜਿਹੜਾ ਕੁੱਲ ਬ੍ਰਹਿਮੰਡ ਦੇ ਕਣ ਕਣ ਦੇ ਅੰਦਰ ਰਮਿਆ ਹੋਇਆ, ਉਹਦੇ ਸਰੋਵਰ ਦੇ ਅੰਦਰ ਇਸ਼ਨਾਨ ਕਰ। ਤੇ ਉਹ ਇਸ਼ਨਾਨ ਕਿਹੜਾ ਹੈ ਸਾਧ ਸੰਗਤ? ਉਹ ਇਸ਼ਨਾਨ ਹੈ ਮਨ ਦਾ ਇਸ਼ਨਾਨ। ਅਸੀਂ ਬਚਨ ਪੜ੍ਹਦੇ ਹਾਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਉਹ ਇਸ਼ਨਾਨ ਹੈ ਸਿਮਰਨ ਦਾ, ਮਨ ਨੂੰ ਪਰਮਾਤਮਾ ਦੇ ਸਿਮਰਨ ਦੇ ਅੰਦਰ ਜੋੜਨਾ, ਮਨ ਨੂੰ ਪਰਮਾਤਮਾ ਦੀ ਇਬਾਦਤ ਦੇ ਅੰਦਰ ਜੋੜਨਾ, ਤੇ ਰਸਨਾ ਦੇ ਨਾਲ ਉਸ ਮਾਲਕ ਦੀ ਬੰਦਗੀ ਕਰਨੀ, ਉਸ ਮਾਲਕ ਦਾ ਸਿਮਰਨ ਕਰਨਾ, ਉਸ ਕਰਤੇ ਦੀਆਂ ਵਡਿਆਈਆਂ ਕਰਨੀਆਂ। ਸਾਧ ਸੰਗਤ ਇਹ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਰੋਵਰ ਦੇ ਅੰਦਰ ਇਸ਼ਨਾਨ ਕਰਨਾ। ਤੇ ਸਤਿਗੁਰੂ ਪਾਤਸ਼ਾਹ ਜੀ ਅਗਲੇ ਬਚਨ ਦੇ ਅੰਦਰ ਫਿਰ ਬੜਾ ਹੀ ਪਿਆਰਾ ਸਮਝਾ ਰਹੇ ਨੇ। ਕਹਿੰਦੇ ਜਦੋਂ ਇਹ ਕਰੇਗਾ, ਪਰਮਾਤਮਾ ਦਾ ਨਾਮ ਜਪੇਗਾ, ਸਵਾਸ ਸਵਾਸ ਰਾਮਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦਾ ਭਾਵ ਰੋਜ਼ਾਨਾ ਹਮੇਸ਼ਾ ਹਰ ਇੱਕ ਪਲ ਉਸ ਮਾਲਕ ਦੀ ਯਾਦ ਦੇ ਅੰਦਰ ਆਪਣੇ ਮਨ ਨੂੰ ਟਿਕਾਉਣਾ। ਕਹਿੰਦੇ ਜਦੋਂ ਕਰੇਗਾ, ਹਮੇਸ਼ਾ ਉਸ ਮਾਲਕ ਦਾ ਸਿਮਰਨ ਕਰੇਗਾ, ਤੇ ਬਖਸ਼ਿਸ਼ ਕੀ ਹੋਵੇਗੀ? ਝੋਲ ਮਹਾਰਸ ਹਰ ਅੰਮ੍ਰਿਤ ਪੀਜੈ। ਇੱਥੇ ਸਤਿਗੁਰਾਂ ਨੇ ਸ਼ਬਦ ਬੜਾ ਪਿਆਰਾ ਵਰਤਿਆ ਹੈ, ਮਹਾਰਸ। ਰਸ ਕਹਿੰਦੇ ਨੇ ਸਾਧ ਸੰਗਤ ਜੀ ਤੱਤ ਨੂੰ। ਜਿਵੇਂ ਪੰਜਾਬੀ ਦੇ ਵਿੱਚ ਅਸੀਂ ਸ਼ਬਦ ਵਰਤ ਦਿੰਦੇ ਹਾਂ ਅਰਕ, ਕਿਸੇ ਪਦਾਰਥ ਦਾ ਅਰਕ ਕੱਢਣਾ, ਨਿਚੋੜ ਵੀ ਅਸੀਂ ਉਹਨੂੰ ਕਹਿ ਦਿੰਦੇ ਹਾਂ, ਸੱਤ ਵੀ ਕਹਿ ਦਿੰਦੇ, ਜਿਵੇਂ ਨਿੰਬੂ ਦਾ ਸੱਤ ਹੁੰਦਾ ਹੈ। ਭਾਵ ਕਿ ਕੋਈ ਪਦਾਰਥ ਹੈ ਨਾ, ਜਿਵੇਂ ਉਸ ਪਦਾਰਥ ਦੇ ਸਾਰੇ ਗੁਣ ਜਿਹੜੇ ਹੁੰਦੇ ਨੇ ਸਾਧ ਸੰਗਤ, ਉਹ ਉਹਦੇ ਸੱਤ ਦੇ ਵਿੱਚ ਹੁੰਦੇ ਨੇ, ਉਹ ਉਹਦੇ ਅਰਕ, ਉਸ ਦੇ ਨਿਚੋੜ ਦੇ ਵਿੱਚ ਹੁੰਦੇ ਨੇ। ਬਾਜ਼ਾਰ ਦੇ ਵਿੱਚ ਕਈ ਫਲਾਂ ਦਾ ਜਿਹੜਾ ਸਾਧ ਸੰਗਤ ਤੋਂ ਫਲੇਵਰ ਮਿਲਦਾ ਆ। ਜਦੋਂ ਕਈ ਵਾਰ ਕੋਈ ਪੀਣ ਵਾਸਤੇ ਡਰਿੰਕ ਜਾਂ ਕੋਈ ਜੂਸ ਤਿਆਰ ਕੀਤਾ ਜਾਂਦਾ ਆ, ਕੋਈ ਆਈਸਕ੍ਰੀਮ ਵਰਗੇ ਪ੍ਰੋਡਕਟ ਜਿਹੜੇ ਤਿਆਰ ਕੀਤੇ ਜਾਂਦੇ ਨੇ, ਤੇ ਉਹਨਾਂ ਦੇ ਵਿੱਚ ਉਹ ਫਲ ਨਹੀਂ ਪਾਏ ਜਾਂਦੇ, ਉਹਨਾਂ ਫਲਾਂ ਦਾ ਕੇਵਲ ਤੇ ਕੇਵਲ ਥੋੜ੍ਹਾ ਜਿਹਾ ਹਿੱਸਾ ਫਲੇਵਰ ਦੇ ਰੂਪ ਦੇ ਵਿੱਚ, ਤੱਤ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਹੈ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਹੈ ਮਹਾਰਸ। ਰਸ ਦਾ ਭਾਵ ਹੈ ਤੱਤ, ਨਿਚੋੜ, ਅਰਕ ਕਿਸੇ ਚੀਜ਼ ਦਾ। ਤੇ ਰਸ ਦੇ ਨਾਲ ਸਤਿਗੁਰਾਂ ਸ਼ਬਦ ਵਰਤਿਆ ਹੈ ਮਹਾਰਸ। ਉਹ ਰਸ ਜਿਹੜਾ ਸਾਰੇ ਰਸਾਂ ਤੋਂ ਸ੍ਰੇਸ਼ਟ ਹੈ, ਸਾਰੇ ਹੀ ਰਸਾਂ ਤੋਂ ਉੱਪਰ ਹੈ। ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਝੋਲ ਮਹਾਰਸ ਹਰ ਅੰਮ੍ਰਿਤ ਪੀਜੈ। ਹਰੀ ਅਕਾਲ ਪੁਰਖ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਦਾ ਮਹਾਰਸ ਭਲਿਆ ਤੂੰ ਪੀ। ਉਹ ਮਹਾਰਸ ਅੰਮ੍ਰਿਤ, ਨਾਮ ਅੰਮ੍ਰਿਤ, ਉਹਨੂੰ ਪੀ ਤੇ ਤੇਰੇ ਜੀਵਨ ਦੇ ਅੰਦਰ ਪਰਮਾਤਮਾ ਦੀ ਯਾਦ ਹਮੇਸ਼ਾ ਟਿਕ ਜਾਵੇ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਜੁਗਤੀ ਅੱਜ ਦੇ ਇਸ ਸਮੁੱਚੇ ਸ਼ਬਦ ਦੇ ਅੰਦਰ ਸਾਨੂੰ ਦ੍ਰਿੜ ਕਰਵਾਈ ਹੈ। ਸਾਧ ਸੰਗਤ ਇਹ ਨਾਮ ਦਾ ਜਿਹੜਾ ਮਹਾਰਸ ਹੈ, ਇਹ ਅੰਮ੍ਰਿਤ ਰੂਪੀ ਜਿਹੜਾ ਨਾਮ, ਜਿਹੜਾ ਪਾਵਨ ਬਾਣੀ ਦੇ ਅੰਦਰ ਵੀ ਅਸੀਂ ਬਚਨ ਪੜ੍ਹਦੇ ਹਾਂ ਨਾ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਗੁਰੂ ਪਿਤਾ ਜੀ ਨੇ ਪਾਵਨ ਬਾਣੀ ਦੇ ਅੰਦਰ ਬੜੀਆਂ ਥਾਵਾਂ 'ਤੇ ਸਾਨੂੰ ਇਹ ਉਪਦੇਸ਼ ਦ੍ਰਿੜ ਕਰਵਾਇਆ ਕਿ ਨਾਮ ਮਹਾਰਸ ਜਿਹੜਾ ਅੰਮ੍ਰਿਤ ਨਾਮ, ਉਸ ਦਾ ਸੇਵਨ ਕਰ, ਅੰਮ੍ਰਿਤ ਨਾਮ ਨੂੰ ਛਕ, ਅੰਮ੍ਰਿਤ ਨਾਮ ਦਾ ਜਲ ਤੂੰ ਪੀ। ਹੁਣ ਇਹ ਅੰਮ੍ਰਿਤ ਰੂਪੀ ਨਾਮ ਜਲ ਹੈ ਕਿੱਥੇ? ਇਹ ਕਿੱਥੋਂ ਲੈ ਕੇ ਪੀਣਾ ਹੈ? ਸੁਖਮਨੀ ਸਾਹਿਬ ਦਾ ਜਦੋਂ ਅਸੀਂ ਪਾਠ ਕਰੀਏ ਨਾ, ਉੱਥੇ ਇੱਕ ਬੜੇ ਪਿਆਰੇ ਬਚਨ ਹਨ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਝਾਉਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਦੇ ਉੱਥੇ ਬਚਨ ਨੇ ਕਿ ਇਹ ਨੌ ਨਿੱਧ, ਇਹ ਨੌ ਨਿੱਧਾਂ ਤੋਂ ਵੀ ਉੱਪਰ, ਜਿਹੜਾ ਨੌ ਨਿੱਧ ਖਜ਼ਾਨਿਆਂ ਤੋਂ ਵੀ ਉੱਪਰ ਜਿਹੜਾ ਅਮੋਲਕ ਕੀਮਤੀ ਰਤਨ ਨਾਮ ਅੰਮ੍ਰਿਤ ਹੈ, ਇਹ ਕਿੱਥੇ ਵਸਦਾ ਹੈ? ਨੌ ਨਿੱਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਇਹਦਾ ਵਾਸਾ ਕਿੱਥੇ ਹੈ? ਇਹਦਾ ਟਿਕਾਣਾ ਕਿਹੜਾ ਹੈ? ਉਹ ਹੈ ਮਨੁੱਖ ਦੀ ਦੇਹੀ, ਉਹ ਹੈ ਮਨੁੱਖ ਦਾ ਆਪਣਾ ਹੀ ਸਰੀਰ। ਆਪਣੇ ਹੀ ਹਿਰਦੇ ਘਰ ਦੇ ਅੰਦਰ ਪਰਮਾਤਮਾ ਦੀ ਜੋਤ ਹੈ। ਸਾਧ ਸੰਗਤ ਆਪਣੇ ਹੀ ਹਿਰਦੇ ਘਰ ਦੇ ਅੰਦਰ ਪਰਮਾਤਮਾ ਦਾ ਨਾਮ ਵਸਦਾ ਹੈ। ਪਰ ਜੇਕਰ ਆਪਣੇ ਹਿਰਦੇ ਦੇ ਵਿੱਚ ਹੀ ਪਰਮਾਤਮਾ ਦਾ ਨਾਮ ਵਸਦਾ ਆ,
ਤੇ ਮਨੁੱਖ ਫਿਰ ਭਟਕਦਾ ਕਿਉਂ ਫਿਰਦਾ ਆ? ਮਨੁੱਖ ਨੂੰ ਇਸ ਨਾਮ ਰੂਪੀ ਅੰਮ੍ਰਿਤ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ? ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਬੜੇ ਪਿਆਰੇ ਉਪਦੇਸ਼ ਕਰਕੇ ਇਹ ਸਾਰੀ ਜੁਗਤੀ ਸਾਨੂੰ ਸਮਝਾਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਚਨ ਹਨ, ਅੰਤਰ ਕੂਟਾ ਅੰਮ੍ਰਿਤ ਭਰਿਆ। ਕਹਿੰਦੇ ਜਿਹੜਾ ਹਿਰਦੇ ਰੂਪੀ ਖੂਹ ਹੈ ਨਾ, ਇਹ ਅੰਮ੍ਰਿਤ ਨਾਮ ਰੂਪੀ ਅੰਮ੍ਰਿਤ ਦੇ ਨਾਲ ਭਰਿਆ ਹੋਇਆ। ਪਰ ਇਸ ਨਾਮ ਰੂਪੀ ਅੰਮ੍ਰਿਤ ਦੀ ਦਾਤ ਮਿਲਦੀ ਕਿਹਨੂੰ? ਭਾਵੇਂ ਹਿਰਦੇ ਘਰ ਦੇ ਵਿੱਚ ਹੀ ਹੈ, ਪਰ ਪ੍ਰਾਪਤ ਕਿਹਨੂੰ ਹੁੰਦਾ? ਸ਼ਬਦੇ ਕਾਢ ਪੀਐ ਪਨਿਹਾਰੀ, ਜਿਹੜਾ ਸਤਿਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਹਨ, ਝੋਲ ਮਹਾਰਸ ਘੋਲ ਮਹਾਰਸ ਅੰਮ੍ਰਿਤ ਤੇ ਪੀਆ। ਸ਼ਰਧਾ ਪ੍ਰੇਮ ਦੇ ਨਾਲ ਨਾਮ ਰੂਪੀ ਅੰਮ੍ਰਿਤ ਜਲ ਉਹਨੇ ਛਕਿਆ। ਨਾਨਕ ਹਰ ਗੁਰ ਜਾਕੋ ਦੀਆ, ਜਿਹਨੂੰ ਗੁਰੂ ਨੇ ਹਰੀ ਵਾਹਿਗੁਰੂ ਪਰਮਾਤਮਾ ਦਾ ਨਾਮ ਦੇ ਦਿੱਤਾ, ਜਿਹਨੂੰ ਨਾਮ ਦੀ ਦਾਤ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਮਝਾਉਂਦੇ ਹਨ ਕਿ ਇਹ ਨਾਮ, ਇਹਨੂੰ ਕਿਤੇ ਬਾਹਰ ਲੱਭਣ ਦੀ ਲੋੜ ਨਹੀਂ। ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਈ। ਇਹ ਹਿਰਦੇ ਘਰ ਦੇ ਵਿੱਚ ਹੈ। ਇਹ ਮਨੁੱਖ ਦੇ ਆਪਣੇ ਮਨ ਦੇ ਅੰਦਰ ਇਹ ਹਿਰਦੇ ਦਾ ਖੂਹ ਨਾਮ ਅੰਮ੍ਰਿਤ ਦੇ ਨਾਲ ਭਰਿਆ ਹੋਇਆ। ਪਰ ਉਹਦੀ ਪ੍ਰਾਪਤੀ ਕਿਵੇਂ ਹੈ? ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਗੁਰ ਪ੍ਰਸਾਦੀ, ਪ੍ਰਸਾਦੀ ਦਾ ਭਾਵ ਸਤਿਗੁਰੂ ਦੀ ਕਿਰਪਾ ਦੇ ਨਾਲ, ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ, ਸਤਿਗੁਰੂ ਦੀ ਮਿਹਰ ਦੇ ਨਾਲ। ਹੁਣ ਸਤਿਗੁਰੂ ਇਹ ਨਾਮ ਦਾਤ ਦੀ ਬਖਸ਼ਿਸ਼ ਕਰਦੇ ਕਿਵੇਂ ਹਨ? ਉਹ ਕਿਹੜੀ ਯੁਕਤੀ ਹੈ? ਸਾਧ ਸੰਗਤ, ਹੁਣੇ ਹੀ ਸਿੰਘ ਸਾਹਿਬ ਜੀ ਆਪ ਜੀ ਦੇ ਨਾਲ ਬਚਨ ਸਾਂਝੇ ਕਰ ਰਹੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਜਿਹੜਾ ਆ ਰਿਹਾ, ਉਹਨੂੰ ਅਸੀਂ ਮਨਾਈਏ, ਕਿਉਂਕਿ ਸਾਡਾ ਗੁਰੂ ਕੇਵਲ ਤੇ ਕੇਵਲ ਸ਼ਬਦ ਹੈ। ਸਾਨੂੰ ਜਿਹੜੀ ਇੱਕ ਸਿੱਖ ਨੂੰ ਜਿਹੜੀ ਦਾਤ ਪ੍ਰਾਪਤ ਹੋਣੀ ਹੈ, ਕੇਵਲ ਤੇ ਕੇਵਲ ਗੁਰੂ ਤੋਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਫੈਸਲਾ ਇਹ ਹੈ, ਆਪਣੇ ਯਤਨਾਂ ਦੇ ਨਾਲ ਨਹੀਂ, ਮਨੁੱਖ ਪਰਮਾਤਮਾ ਦੇ ਨਾਲ ਮੇਲ ਹਾਸਲ ਕਰ ਸਕਦਾ ਹੈ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ। ਅਸੀਂ 12 ਮਾਹ ਦੇ ਬਚਨ ਵੀ ਪੜ੍ਹਦੇ ਹਾਂ ਨਾ, ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰਵਨ। ਜੇ ਆਪਣੇ ਯਤਨ ਕੀਤਿਆਂ, ਆਪਣੇ ਉਦਮ ਕਰਦਿਆਂ ਹੀ ਬੰਦਾ ਰੱਬ ਨੂੰ ਮਿਲ ਸਕਦਾ ਹੋਵੇ ਤੇ ਫਿਰ ਵਿਛੜ ਕੇ ਦੁੱਖ ਕਿਉਂ ਪਾਉਂਦਾ? ਆਪਣੇ ਯਤਨਾਂ ਨਾਲ ਨਹੀਂ, ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ। ਤੇ ਸਿੰਘ ਸਾਹਿਬ ਕਹਿ ਰਹੇ ਸਨ ਕਿ ਦੇਹ ਧਾਰੀ ਗੁਰੂ ਡੰਮ ਜਿਹੜਾ ਪਖੰਡ ਹੈ, ਇਸ ਤੋਂ ਸਾਨੂੰ ਸਾਰਿਆਂ ਨੂੰ ਅਸੀਂ ਬਚਣਾ, ਇਸ ਤੋਂ ਸੁਚੇਤ ਹੋਣਾ। ਹੁਣ ਵੇਖੋ, ਬੜੇ ਹਨ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਨਾਮ ਦੀ ਦਾਤ ਦਿੰਦੇ ਹਾਂ, ਸਾਡੇ ਕੋਲੋਂ ਤੁਸੀਂ ਆ ਕੇ ਨਾਮ ਦੀ ਦਾਤ ਲੈ ਲਓ। ਪਰ ਸਿੱਖ ਨੇ ਨਾਮ ਦੀ ਦਾਤ ਕਿੱਥੋਂ ਲੈਣੀ ਹੈ? ਸਤਿਗੁਰੂ ਦੇ ਕੋਲੋਂ ਲੈਣੀ ਹੈ। ਸਤਿਗੁਰੂ ਦਾ ਉਪਦੇਸ਼ ਸਿੱਖ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ, ਤੇ ਉਹ ਨਾਮ ਦੀ ਦਾਤ ਸਤਿਗੁਰੂ ਉਹਦੇ ਹਿਰਦੇ ਘਰ ਦੇ ਅੰਦਰੋਂ ਹੀ ਪ੍ਰਗਟ ਕਰ ਦਿੰਦਾ ਹੈ। ਸਾਧ ਸੰਗਤ, ਉਹ ਕਿਤੇ ਬਾਹਰ ਉਹਨੂੰ ਲੱਭਣ ਦੀ ਲੋੜ ਨਹੀਂ। ਬਾਹਰ ਟੋਲੈ ਸੋ ਭਰਮ ਭੁਲਾਹੀ। ਬੜੇ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਬਾਹਰ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਜਿਵੇਂ ਆਰੰਭ ਦੇ ਵਿੱਚ ਬਚਨ ਸਾਂਝਾ ਕੀਤਾ, ਬੇਨਤੀ ਕੀਤੀ ਕਿ ਬੜੇ ਜੀਵ ਹਨ ਧਾਰਮਿਕ ਮਤਾਂ ਦੇ ਅੰਦਰ ਜਿਹੜੇ ਬਾਹਰ ਦੇ ਕਰਮ ਕਰਦੇ ਹਨ, ਬੜੇ ਕਰਮ ਕੀਤੇ ਜਾਂਦੇ ਹਨ ਕਿ ਪਰਮਾਤਮਾ ਦਾ ਮਿਲਾਪ ਹਾਸਲ ਹੋ ਸਕੇ। ਜਿਵੇਂ ਬਾਣੀ ਦੇ ਅਸੀਂ ਬਚਨ ਪੜ੍ਹਦੇ ਹਾਂ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕੇ, ਅਧਿਕ ਅਹਮ ਬੁੱਧ ਬਾਂਧੇ, ਪਿਆਰੇ ਇਨ ਬਿਦ ਮਿਲਨ ਨਾ ਜਾਈ। ਸਤਿਗੁਰੂ ਨੇ ਫੈਸਲਾ ਦੇ ਦਿੱਤਾ। ਰੋਜ਼ਾਨਾ ਰਹਿਰਾਸ ਸਾਹਿਬ ਜੀ ਦਾ ਪਾਠ ਜਦੋਂ ਅਸੀਂ ਕਰਦੇ ਹਾਂ, ਉੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਬੜਾ ਪਿਆਰਾ ਸਮਝਾਉਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਨੇ, ਜਦੋਂ ਕਹਿੰਦੇ ਨੇ ਨਾ, ਸਾਡੇ ਜੀਵਨ ਦਾ ਉਪਦੇਸ਼, ਸਾਡੇ ਜੀਵਨ ਦਾ ਮਹੱਤਵ ਦ੍ਰਿੜ ਕਰਵਾਉਂਦੇ ਨੇ ਕਿ ਜੀਵਨ ਕਾਹਦੇ ਵਾਸਤੇ? ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹ ਗੋਬਿੰਦ ਨੂੰ ਮਿਲਣ ਦਾ, ਪਰਮਾਤਮਾ ਨੂੰ ਮਿਲਣ ਦਾ ਅਵਸਰ ਹੈ, ਮੌਕਾ ਹੈ ਮਨੁੱਖੀ ਜੀਵਨ। ਤੇ ਮਿਲਿਆ ਕਿਵੇਂ ਜਾਵੇ? ਉਹਦੇ ਵਾਸਤੇ ਕਰਨਾ ਕੀ ਹੈ? ਅਵਰ ਕਾਜ ਤੇਰਾ ਕਿਤੇ ਨਾ ਕਾਮ। ਹੋਰ ਕੰਮ ਜਿਹੜੇ ਉਹ ਕਿਤੇ ਲੇਖੇ ਦੇ ਵਿੱਚ ਨਹੀਂ ਆਉਣੇ। ਇੱਥੇ ਕਾਜ, ਉਹਨਾਂ ਕਾਜਾਂ ਦੀ ਗੱਲ ਨਹੀਂ ਕੀਤੀ। ਜੇ ਕੋਈ ਬਿਜ਼ਨਸ ਕਰਦਾ, ਕੋਈ ਖੇਤੀਬਾੜੀ, ਕੋਈ ਕਿਰਤ ਹੈ, ਕੋਈ ਵਪਾਰ, ਕੋਈ ਨੌਕਰੀ ਪੇਸ਼ਾ ਕਰਦਾ, ਇੱਥੇ ਉਹਨਾਂ ਕਾਰਜਾਂ ਦਾ ਜ਼ਿਕਰ ਨਹੀਂ ਕੀਤਾ। ਉਹ ਕਾਰਜ ਤੇ ਜਿਹੜੇ ਉਹ ਕਿਰਤ ਕਰਨੀ ਤੇ ਗੁਰਮਤਿ ਦਾ ਜਿਹੜਾ ਉਹ ਪਹਿਲਾ ਮੁੱਖ ਅਸੂਲ ਹੈ, ਉਹ ਸਿਧਾਂਤ ਹੈ।
ਇੱਥੇ ਸਤਿਗੁਰੂ ਪਾਤਸ਼ਾਹ ਜੀ ਜਿਹੜੇ ਕਾਰਜਾਂ ਦੀ ਗੱਲ ਕਰ ਰਹੇ ਨੇ ਉਹ ਹਨ ਬਾਹਰ ਦੇ ਤਪ, ਬਾਹਰ ਦੇ ਕਰਮ। ਕਿਸੇ ਨੇ ਜੰਗਲਾਂ ਦੇ ਵਿੱਚ ਚਲੇ ਜਾਣਾ, ਉੱਥੇ ਜਾ ਕੇ ਤਪ ਕਰਨਾ। ਕਿਸੇ ਨੇ ਹੋਰ ਬੜੇ ਹੀ ਢੰਗ ਤਰੀਕਿਆਂ ਦੇ ਨਾਲ ਆਪਣੇ ਸਰੀਰ ਨੂੰ ਦੁੱਖ ਦੇਣਾ, ਆਪਣੇ ਸਰੀਰ ਨੂੰ ਕਸ਼ਟ ਦੇਣਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਇਹ ਜਿਹੜੇ ਕਾਜ ਨੇ ਇਹ ਕਿਸੇ ਲੇਖੇ ਦੇ ਵਿੱਚ ਨਹੀਂ ਆਉਂਦੇ। ਭਲਿਆ ਜੇ ਤੂੰ ਕਾਜ ਕਰਨਾ ਆ ਤਾਂ ਉਹ ਇਹ ਕਰ, ਮੇਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਦੇ ਅੰਦਰ ਜੁੜ। ਨਾਮ ਦੀ ਪ੍ਰਾਪਤੀ ਕਿੱਥੋਂ ਹੈ? ਸਤ ਸੰਗਤ ਦੇ ਵਿੱਚੋਂ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਪਾਈ। ਮਿਲਣ ਤੋਂ ਬਿਨਾਂ ਨਹੀਂ ਪੀਤਾ ਜਾ ਸਕਦਾ। ਜੇ ਮਿਲਾਂਗੇ ਤੇ ਮਿਲਣਾ ਕਿਹਨੂੰ ਹੈ? ਸਤਿਗੁਰੂ ਨੂੰ ਮਿਲਣਾ ਹੈ, ਸਤਿਗੁਰੂ ਦੀ ਸੰਗਤ ਦੇ ਵਿੱਚ ਮਿਲਣਾ ਹੈ, ਸਤਿਗੁਰੂ ਦੀ ਸੰਗਤ ਦੇ ਵਿੱਚ ਜੁੜਨਾ ਹੈ। ਸਾਧ ਸੰਗਤ ਜਦੋਂ ਗੁਰੂ ਦੀ ਸੰਗਤ ਦੇ ਵਿੱਚ ਜੁੜਾਂਗੇ ਤੇ ਗੁਰੂ ਦੇ ਸ਼ਬਦ ਦੇ ਨਾਲ ਇੱਕ ਐਸੀ ਵੱਡੀ ਬਖਸ਼ਿਸ਼ ਸਾਡੇ ਤੇ ਵਰਤਦੀ ਹੈ ਜਿਹੜੀ ਸਾਡੇ ਜੀਵਨ ਦੀ ਬੜੀ ਵੱਡੀ ਸਮੱਸਿਆ ਆ, ਜਿਸ ਦੇ ਕਾਰਨ ਹਿਰਦੇ ਘਰ ਦੇ ਅੰਦਰ ਵਸਦੇ ਹੋਏ ਪਰਮਾਤਮਾ ਦੇ ਨਾਲ ਵੀ ਸਾਡੀ ਸਾਂਝ ਨਹੀਂ ਬਣ ਪਾਉਂਦੀ। ਉਹ ਸਮੱਸਿਆ ਹੈ ਮਨ ਦੀ ਭਟਕਣਾ। ਮਨ ਬਾਹਰ ਹੀ ਭਟਕਦਾ ਰਹਿੰਦਾ। ਉਹ ਸਮੱਸਿਆ ਖਤਮ ਹੁੰਦੀ ਹੈ ਜਦੋਂ ਮਨ ਨੂੰ ਸ਼ਬਦ ਦਾ ਆਸਰਾ ਮਿਲਦਾ ਹੈ। ਮਨ ਜਦੋਂ ਸ਼ਬਦ ਦੇ ਆਸਰੇ ਦੇ ਵਿੱਚ ਆਉਂਦਾ ਤੇ ਫਿਰ ਹਿਰਦੇ ਘਰ ਦੇ ਵਿੱਚ ਹੀ ਨਾਮ ਦੀ ਦਾਤ ਮਿਲਦੀ ਹੈ। ਇੱਥੇ ਹੀ ਨਾਮ ਪ੍ਰਗਟ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਇਲਾਹੀ ਬਾਣੀ ਦੇ ਅੰਦਰ ਇੱਕ ਬੜਾ ਪਿਆਰਾ ਬਚਨ ਕਰਦੇ ਨੇ। ਕਹਿੰਦੇ ਇਹ ਮਨ ਈਂਟੀ ਹਾਥ ਕਰੋ, ਹੁਣ ਨੇਤਰੋ ਨੀਂਦ ਨ ਆਵੈ, ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਦ ਅੰਮ੍ਰਿਤ ਪਾਵੋ। ਇਹ ਨਾਮ ਰੂਪੀ ਅੰਮ੍ਰਿਤ ਪਾਉਣ ਦਾ ਕੀ ਤਰੀਕਾ ਹੈ? ਹੁਣ ਇੱਥੇ ਸਤਿਗੁਰਾਂ ਨੇ ਸਾਰੇ ਸ਼ਬਦ ਦੇ ਵਿੱਚ ਵੈਸੇ ਉਦਾਹਰਨ ਵਰਤੀ ਹੈ ਮੱਖਣ ਦੀ। ਹੁਣ ਮੱਖਣ ਜਿਹੜਾ ਸਾਧ ਸੰਗਤ ਉਹ ਦੁੱਧ ਦੇ ਵਿੱਚ ਹੈ। ਦੁੱਧ ਦੇ ਵਿੱਚ ਮੱਖਣ ਤਾਂ ਹੈ, ਪਰ ਉਹ ਮੱਖਣ ਦੀ ਉਸ ਘਿਓ ਦੀ ਪ੍ਰਾਪਤੀ ਕਰਨ ਵਾਸਤੇ ਇੱਕ ਢੰਗ ਤਰੀਕਾ ਹੈ, ਇੱਕ ਜੁਗਤੀ ਹੈ। ਉਸ ਦੁੱਧ ਨੂੰ ਪਹਿਲਾਂ ਰਿੜਕਣਾ ਪਵੇਗਾ, ਜਾਗ ਲਾਉਣੀ ਪਵੇਗੀ, ਉਹ ਮਿਹਨਤ ਮਸ਼ੱਕਤ ਕਰਨੀ ਪਵੇਗੀ, ਤੇ ਜਦੋਂ ਰਿੜਕਿਆ ਜਾਵੇਗਾ ਤੇ ਫਿਰ ਕਿਤੇ ਜਾ ਕੇ ਉਹ ਮੱਖਣ ਦੀ ਪ੍ਰਾਪਤੀ ਹੁੰਦੀ ਹੈ। ਇਸੇ ਤਰ੍ਹਾਂ ਹੀ ਨਾਮ ਦਾ ਰਸ, ਇਹਦੀ ਪ੍ਰਾਪਤੀ, ਇਸ ਅੰਮ੍ਰਿਤ ਦੀ ਪ੍ਰਾਪਤੀ ਵੀ ਉਦੋਂ ਹੁੰਦੀ ਹੈ ਸਾਧ ਸੰਗਤ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਪਹਿਲਾਂ ਇਹ ਕਰਮ ਕਰਨਾ, ਇਹ ਮਨ ਈਂਟੀ ਹਾਥ ਕਰੋ, ਹੁਣ ਨੇਤਰੋ ਨੀਂਦ ਨਾ ਆਵੇ। ਨੇਤਰੋ ਕੀ ਹੁੰਦਾ ਸਾਧ ਸੰਗਤ? ਪੁਰਾਣੇ ਵੇਲਿਆਂ ਦੇ ਵਿੱਚ ਅੱਜ ਕੱਲ੍ਹ ਤੇ ਸਾਰਾ ਕੁਝ ਹੀ ਇਲੈਕਟ੍ਰੋਨਿਕ ਜਿਹੜੇ ਸਾਡੇ ਘਰਾਂ ਦੇ ਅੰਦਰ ਜਿਹੜੇ ਆ ਉਹ ਚੀਜ਼ਾਂ ਆ ਗਈਆਂ ਨੇ। ਨਹੀਂ ਤਾਂ ਪਹਿਲੀਆਂ ਦੇ ਵਿੱਚ ਕੀ ਹੋਣਾ ਕਿ ਦੁੱਧ ਨੂੰ ਰਿੜਕਣਾ ਮਧਾਣੀ ਦੇ ਨਾਲ, ਤੇ ਮਧਾਣੀ ਜਿਹੜੀ ਉਹ ਭਾਂਡੇ ਦੇ ਵਿੱਚ ਪਾਈ ਜਾਣੀ, ਉਹਦੇ ਆਲੇ ਦੁਆਲੇ ਜਿਹੜੀ ਰੱਸੀ ਲਪੇਟੀ ਜਾਂਦੀ ਸੀ ਜਿਸ ਨੂੰ ਖਿੱਚ ਕੇ ਦੁੱਧ ਰਿੜਕਿਆ ਜਾਂਦਾ, ਉਹਨੂੰ ਕਿਹਾ ਜਾਂਦਾ ਸੀ ਨੇਤਰਾ। ਤੇ ਉਸ ਰੱਸੀ ਦੇ ਸਿਰਿਆਂ ਤੇ ਗੰਢਾਂ ਬੱਧੀਆਂ ਹੁੰਦੀਆਂ ਸਨ ਜਿਨ੍ਹਾਂ ਨੂੰ ਫੜਿਆ ਜਾਂਦਾ ਸੀ, ਉਹ ਗੰਢਾਂ ਨੂੰ ਆਖਿਆ ਜਾਂਦਾ ਹੈ ਈਂਟੀਆਂ। ਪਾਤਸ਼ਾਹ ਜੀ ਕਹਿੰਦੇ ਇਹ ਮਨ ਈਂਟੀ ਹਾਥ ਕਰੋ, ਹੁਣ ਨੇਤਰੋ ਨੀਂਦ ਨਾ ਆਵੇ। ਕਹਿੰਦੇ ਤੇਰਾ ਜਿਹੜਾ ਮਨ ਹੈ ਨਾ ਉਹ ਨੇਤਰੇ ਦੇ ਵਰਗਾ, ਤੇ ਨੇਤਰੇ ਦੀਆਂ ਗੰਢਾਂ ਆਪਣੇ ਹੱਥ ਦੇ ਵਿੱਚ ਫੜ ਕੇ ਰੱਖ। ਜੇ ਤੇ ਤੇਰੇ ਮਨ ਦੀਆਂ ਗੰਢਾਂ ਤੇਰੇ ਹੱਥ ਦੇ ਵਿੱਚ ਹੈ, ਮਨ ਤੇਰੇ ਕਾਬੂ ਦੇ ਵਿੱਚ, ਮਨ ਤੇਰੇ ਕੰਟਰੋਲ ਦੇ ਵਿੱਚ ਹੈ, ਮਨ ਨੂੰ ਕਾਬੂ ਦੇ ਵਿੱਚ ਕਰਨਾ, ਮਨ ਦੀਆਂ ਗੰਢਾਂ ਹੱਥ ਦੇ ਵਿੱਚ ਫੜਨੀਆਂ, ਤੇ ਫਿਰ ਅੱਗੇ ਕੀ ਕਰਨਾ? ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਦ ਅੰਮ੍ਰਿਤ ਪਾਵੋ। ਤੇ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਕਰਨਾ, ਪਰਮਾਤਮਾ ਦੀ ਇਬਾਦਤ ਕਰਨੀ, ਉਸ ਕਰਤੇ ਦੀ ਵਡਿਆਈ ਕਰਨੀ। ਕਹਿੰਦੇ ਫਿਰ ਵੇਖੀ ਨਾਮ ਦੇ ਝਰਨੇ ਜਿਹੜੇ ਹਨ ਉਹ ਤੇਰੇ ਅੰਦਰੋਂ ਹੀ ਫੁੱਟ ਪੈਣਗੇ। ਉਹ ਕਿਤੇ ਬਾਹਰ ਕਿਤੇ ਲੱਭਣ ਦੀ ਲੋੜ ਨਹੀਂ, ਪਰ ਹਾਂ ਸਤਿਗੁਰੂ ਦੀ ਬਖਸ਼ਿਸ਼ ਹੋਵੇ ਤੇ ਫਿਰ ਹਿਰਦੇ ਘਰ ਦੇ ਵਿੱਚੋਂ ਪ੍ਰਗਟ ਹੁੰਦਾ। ਕਿਉਂਕਿ ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਮਨ ਦੀ ਭਟਕਣਾ ਜਿਹੜੀ ਹੈ ਸਾਧ ਸੰਗਤ ਤੋਂ ਬੜੀ ਹੁੰਦੀ ਹੈ, ਤੇ ਮਨ ਦੀ ਭਟਕਣਾ ਖਤਮ ਹੁੰਦੀ ਹੈ ਗੁਰੂ ਦੀ ਕਿਰਪਾ ਦੇ ਨਾਲ, ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ। ਸਤਿਗੁਰੂ ਪਾਤਸ਼ਾਹ ਜੀ ਨੇ ਇਲਾਹੀ ਬਾਣੀ ਦੇ ਅੰਦਰ ਇੱਕ ਬੜੀ ਪਿਆਰੀ ਉਦਾਹਰਨ ਵਰਤੀ ਆ। ਆਪ ਜੀ ਖਿਆਲ ਕਰਨਾ ਸਾਧ ਸੰਗਤ, ਅਸੀਂ ਅਕਸਰ ਹੀ ਖਬਰਾਂ ਕਈ ਵਾਰ ਪੜ੍ਹਦੇ ਹਾਂ ਕਿ ਜੰਗਲੀ ਹਾਥੀ ਜਿਹੜਾ ਉਹਨੇ ਬੜੀ ਉਜਾੜ ਕਿਸੇ ਥਾਂ ਦੇ ਉੱਤੇ ਕਰ ਦਿੱਤੀ। ਹੁਣ ਇੱਕ ਹਾਥੀ ਹੈ, ਉਹ ਜੰਗਲ ਦੇ ਵਿੱਚ ਹੈ, ਉਸ ਹਾਥੀ ਦੇ ਸਿਰ ਦੇ ਉੱਪਰ ਕੋਈ ਮੁਹਾਵਤ ਨਹੀਂ ਬੈਠਾ, ਉਸ ਹਾਥੀ ਤੇ ਕਿਸੇ ਦਾ ਵੀ ਕੋਈ ਆਰਡਰ ਨਹੀਂ ਚੱਲਦਾ, ਕੋਈ ਹੁਕਮ ਨਹੀਂ ਚੱਲਦਾ। ਉਹ ਹਾਥੀ ਫਿਰ ਆਪਣੀ ਮਰਜ਼ੀ ਕਰਦਾ,
ਤੇ ਆਪਣੀ ਮਰਜ਼ੀ ਕਰਦਾ ਹੋਇਆ ਉਹ ਹਾਥੀ ਫਿਰ ਉਜਾੜੇ ਹੀ ਕਰਦਾ ਆ। ਦੂਜੇ ਪਾਸੇ ਤੁਸੀਂ ਦੇਖਣਾ ਕਈ ਵਾਰ ਆ ਬਾਜ਼ਾਰਾਂ ਦੇ ਵਿੱਚ ਲੈ ਕੇ ਆਉਂਦੇ ਹਨ, ਹਾਥੀ ਲੈ ਕੇ ਆਉਂਦੇ ਨੇ, ਤੇ ਇਹ ਜਿਹੜੇ ਬਾਜ਼ਾਰਾਂ ਦੇ ਵਿੱਚ ਹਾਥੀ ਲੈ ਕੇ ਆਉਂਦੇ ਇਹਨਾਂ ਦੇ ਸਿਰਾਂ ਦੇ ਉੱਪਰ ਇੱਕ ਮੁਹਾਵਤ ਬੈਠਾ ਹੁੰਦਾ। ਹੁਣ ਉਹ ਹਾਥੀ ਇੱਕ ਪਾਸੇ ਜੰਗਲ ਦੇ ਵਿੱਚ ਉਹਦੇ ਉਜਾੜੇ ਕਰਦਾ, ਉਹਦੀ ਤਾਕਤ ਦੇ ਸਾਹਮਣੇ ਇਨਸਾਨ ਦੀ ਤਾਕਤ ਕੀ ਹੈ? ਕੁਝ ਵੀ ਨਹੀਂ। ਪਰ ਉਹੀ ਹਾਥੀ ਬਾਜ਼ਾਰ ਦੇ ਵਿੱਚੋਂ ਜਦੋਂ ਲੰਘਦਾ ਉਹਦੇ ਸਿਰ ਤੇ ਮੁਹਾਵਤ ਬੈਠਾ, ਉਹ ਬੜੇ ਹੀ ਆਰਾਮ ਦੇ ਨਾਲ ਤੁਰਿਆ ਜਾਂਦਾ, ਕੋਈ ਨੁਕਸਾਨ ਨਹੀਂ ਉੱਥੇ ਕਰਦਾ। ਕਿਉਂ ਹੈ ਇੱਦਾਂ ਦੋਵਾਂ ਦੇ ਵਿੱਚ ਫਰਕ? ਕਿਉਂਕਿ ਜੰਗਲ ਵਾਲਾ ਹਾਥੀ ਉਹਦੇ ਸਿਰ ਤੇ ਮੁਹਾਵਤ ਕੋਈ ਨਹੀਂ ਹੈ, ਜਿਹੜਾ ਬਾਜ਼ਾਰ ਦੇ ਵਿੱਚੋਂ ਦੀ ਲੰਘਦਾ ਜਾਂਦਾ ਉਹਦੇ ਸਿਰ ਤੇ ਇੱਕ ਮੁਹਾਵਤ ਬੈਠਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਾਣੀ ਦੇ ਅੰਦਰ ਬਚਨ ਹਨ, ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਖਿੰਚੈ ਤਹ ਜਾਏ, ਨਾਨਕ ਹਸਤੀ ਕੁੰਡੇ ਬਾਹਰਾ ਫਿਰ ਉੱਜੜ ਪਾਏ। ਪਾਤਸ਼ਾਹ ਜੀ ਨੇ ਇੱਥੇ ਮਨ ਨੂੰ ਹਾਥੀ ਆਖਿਆ ਹੈ। ਸਾਧ ਸੰਗਤ, ਅਸੀਂ ਮਨ ਦੀ ਭੜਕਣਾ ਦੀ ਗੱਲ ਕਰ ਰਹੇ ਹਾਂ। ਹਿਰਦੇ ਘਰ ਦੇ ਅੰਦਰ ਵਸਦੇ ਹੋਏ ਨਾਮ ਦੀ ਸਾਰ ਮਨੁੱਖ ਨੂੰ ਕਿਉਂ ਨਹੀਂ ਹੁੰਦੀ? ਹਿਰਦੇ ਘਰ ਦੇ ਅੰਦਰ ਵਸਦੇ ਹੋਏ ਪਰਮਾਤਮਾ ਦੇ ਨਾਲ ਸਾਂਝ ਕਿਉਂ ਨਹੀਂ ਮਨੁੱਖ ਦੀ ਬਣ ਪੈਂਦੀ? ਕਿਉਂਕਿ ਮਨ ਭੜਕਦਾ ਆ। ਤੇ ਜਿਹੜੇ ਭੜਕਦਾ ਹੋਇਆ ਮਨ ਹੈ, ਇਹਨੂੰ ਕਾਬੂ ਦੇ ਵਿੱਚ ਕਿਵੇਂ ਕੀਤਾ ਜਾ ਸਕਦਾ? ਜਿਵੇਂ ਜੰਗਲ ਦੇ ਵਿੱਚ ਹਾਥੀ ਜਿਹੜਾ ਭੜਕਦਾ ਰਹਿੰਦਾ ਉਹ ਉਜਾੜੇ ਕਰਦਾ ਆ ਸਾਧ ਸੰਗਤ, ਪਰ ਉਹੀ ਹਾਥੀ ਜਦੋਂ ਕਾਬੂ ਉਹਦੇ ਤੇ ਇੱਕ ਮੁਹਾਵਤ ਬੈਠਾ ਹੋਵੇ ਤੇ ਉਹ ਹਾਥੀ ਮੁਹਾਵਤ ਦੇ ਹੁਕਮ ਦੇ ਅੰਦਰ ਫਿਰ ਬੜੇ ਆਰਾਮ ਦੇ ਨਾਲ ਚੱਲਦਾ। ਤੇ ਪਾਤਸ਼ਾਹ ਬਚਨ ਕਰਕੇ ਸਮਝਾ ਰਹੇ ਨੇ, ਕਹਿੰਦੇ ਮਨ ਕੁੰਚਰ ਭਲਿਆ ਤੇਰਾ ਮਨ ਕੁੰਚਰ ਵਰਗਾ। ਕੁੰਚਰ ਦਾ ਮਤਲਬ ਹੈ ਹਾਥੀ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੈ ਤੈ ਜਾਏ। ਆਪਣੇ ਮਨ ਦੇ ਹਾਥੀ ਦਾ ਮੁਹਾਵਤ ਗੁਰੂ ਨੂੰ ਬਣਾ ਲੈ, ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਪੈ ਜਾ। ਪੀਲਕ ਦਾ ਭਾਵ ਹੈ ਮੁਹਾਵਤ। ਜਿੱਦਣ ਤੇਰੇ ਮਨ ਰੂਪੀ ਹਾਥੀ ਦਾ ਮੁਹਾਵਤ ਸਤਿਗੁਰੂ ਦਾ ਗਿਆਨ ਬਣ ਗਿਆ, ਗਿਆਨ ਕੁੰਡਾ ਜਹ ਖਿੰਚੈ ਤੈ ਜਾਏ। ਹੁਣ ਜਿਹੜਾ ਮੁਹਾਵਤ ਹੁੰਦਾ ਨਾ, ਉਹਦੇ ਹੱਥ ਦੇ ਵਿੱਚ ਇੱਕ ਲੋਹੇ ਦਾ ਕੁੰਡਾ ਹੁੰਦਾ। ਉਹ ਕੁੰਡਾ ਹਾਥੀ ਦੇ ਸਿਰ ਦੇ ਵਿੱਚ ਠਕੋਰਦਾ ਤੇ ਉਹਦੇ ਤੋਂ ਨਾ ਸਾਧ ਸੰਗਤ ਹਾਥੀ ਨੂੰ ਫਿਰ ਆਰਡਰ ਮਿਲਦਾ ਕਿ ਕਿੱਧਰ ਨੂੰ ਜਾਣਾ, ਕੀ ਕਰਨਾ, ਉੱਠਣਾ ਜਾਂ ਬੈਠਣਾ। ਸਾਰੇ ਫਿਰ ਉਹਨੂੰ ਜਿਹੜੇ ਹੁਕਮ ਨੇ ਮੁਹਾਵਤ ਤੋਂ ਉਸ ਕੁੰਡੇ ਦੇ ਰਾਹੀਂ ਮਿਲਦੇ ਨੇ। ਸਤਿਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਗੁਰੂ ਦੇ ਹੱਥ ਦੇ ਵਿੱਚ, ਗੁਰੂ ਵੀ ਮੁਹਾਵਤ ਦੇ ਵਾਂਗ ਹੈ ਤੇ ਗੁਰੂ ਦੇ ਹੱਥ ਦੇ ਵਿੱਚ ਇੱਕ ਕੁੰਡਾ। ਉਹ ਕੁੰਡਾ ਕਿਹੜਾ ਹੈ? ਗਿਆਨ ਦਾ। ਉਹ ਕੁੰਡਾ ਹੈ ਸਤਿਗੁਰੂ ਦੇ ਉਪਦੇਸ਼ ਦਾ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ। ਤੇ ਜਿੱਦਣ ਮਨ ਰੂਪੀ ਹਾਥੀ ਦੇ ਉੱਪਰ ਗੁਰੂ ਮੁਹਾਵਤ ਆਣ ਬੈਠ ਗਿਆ, ਭਾਵ ਕਿ ਜਿੱਦਣ ਤੂੰ ਆਪਣਾ ਮਨ ਸਤਿਗੁਰੂ ਦੇ ਚਰਨਾਂ ਦੇ ਵਿੱਚ ਸੌਂਪ ਦਿੱਤਾ, ਉਦਣ ਫਿਰ ਕੀ ਬਖਸ਼ਿਸ਼ ਤੇਰੇ ਤੇ ਹੋਵੇਗੀ? ਉਦਣ ਤੇਰਾ ਮਨ ਬਿਲਕੁਲ ਕਾਬੂ ਦੇ ਵਿੱਚ ਹੋਵੇਗਾ। ਤੇ ਜੇ ਮਨ ਸਤਿਗੁਰੂ ਦਾ ਆਸਰਾ ਨਹੀਂ ਲਿਆ, ਜੇ ਸ਼ਬਦ ਦਾ ਆਸਰਾ ਨਹੀਂ ਲਿਆ, ਜੇ ਅਜੇ ਗੁਰੂ ਦੇ ਗਿਆਨ ਤੋਂ ਬਾਹਰ ਤੂੰ ਤੁਰਿਆ ਫਿਰਦਾ ਰਿਹਾ, ਤੇ ਫਿਰ ਕੀ ਹੋਵੇਗਾ? ਨਾਨਕ ਹਸਤੀ ਕੁੰਡੇ ਬਾਹਰਾ ਫਿਰ ਉੱਜੜ ਪਾਏ। ਜਿਹੜਾ ਹਾਥੀ ਕੁੰਡੇ ਤੋਂ ਬਾਹਰ ਹੁੰਦਾ ਉਹ ਉਜਾੜੇ ਹੀ ਕਰਦਾ। ਇਸੇ ਤਰ੍ਹਾਂ ਜਿਹੜਾ ਮਨ ਗੁਰੂ ਦੇ ਸ਼ਬਦ ਤੋਂ ਬਾਹਰ ਰਹਿੰਦਾ ਉਹ ਭੜਕਣਾ ਦੇ ਵਿੱਚ ਹੀ ਰਹਿੰਦਾ, ਉਹ ਉਜਾੜਾ ਹੀ ਕਰਦਾ। ਉਹ ਆਪਣੇ ਇਹਨਾਂ ਸਵਾਸਾਂ ਦਾ ਉਜਾੜਾ ਕਰੀ ਜਾਂਦਾ ਤੇ ਅੰਤ ਨੂੰ ਇਹ ਜੀਵਨ ਨੇ ਸਫਲ ਹੀ ਇਸ ਸੰਸਾਰ ਤੋਂ ਚਲਿਆ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ, ਮਨ ਦੀਆਂ ਜਿਹੜੀਆਂ ਗੰਢਾਂ ਨੇ ਨਾ, ਉਹਨੂੰ ਆਪਣੇ ਕਾਬੂ ਦੇ ਵਿੱਚ ਕਰ ਤੇ ਉਹ ਹੋਵੇਗਾ ਸਤਿਗੁਰੂ ਦਾ ਪੱਲਾ ਫੜ ਕੇ। ਤੇ ਆਪਣੀ ਰਸਨਾ ਦੇ ਨਾਲ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ। ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਧ ਅੰਮ੍ਰਿਤ ਪਾਵੋ। ਫਿਰ ਜਦੋਂ ਰਸਨਾ ਦੇ ਨਾਲ ਵਾਰ-ਵਾਰ ਜਪੇਂਗਾ, ਵਾਰ-ਵਾਰ ਸਿਮਰਨ ਕਰੇਂਗਾ, ਵਾਰ-ਵਾਰ ਉਸ ਮਾਲਕ ਦੀਆਂ ਵਡਿਆਈਆਂ ਕਰੇਂਗਾ, ਉਸ ਮਾਲਕ ਦਾ ਗੁਣ ਗਾਇਨ ਕਰੇਂਗਾ, ਤੇ ਫਿਰ ਇੱਕ ਦਿਨ ਐਸੀ ਬਖਸ਼ਿਸ਼ ਹੋਵੇਗੀ, ਐਸੀ ਕਿਰਪਾ ਵਰਤੇਗੀ ਕਿ ਹਿਰਦੇ ਘਰ ਦੇ ਅੰਦਰ ਉਹ ਰਸ ਪ੍ਰਾਪਤ ਹੋ ਜਾਵੇਗਾ। ਜਿਵੇਂ ਫਲੇਵਰ ਪੈਂਦਾ ਹੈ ਸਾਧ ਸੰਗਤ, ਤੇ ਉਸ ਫਲ ਦੇ ਸਾਰੇ ਗੁਣ ਉਸ ਫਲੇਵਰ ਦੇ ਅੰਦਰ, ਉਹਦਾ ਸਵਾਦ, ਉਹਦੀ ਸੁਗੰਧੀ, ਉਹਦਾ ਆਨੰਦ ਜਿਹੜਾ ਉਸ ਪਦਾਰਥ ਦੇ ਵਿੱਚ ਬਣ ਆਉਂਦਾ। ਇਸੇ ਤਰ੍ਹਾਂ ਹੀ ਜਿਨ੍ਹਾਂ ਨੂੰ ਵਾਰ-ਵਾਰ ਜਪ ਕੇ, ਸਿਮਰਨ ਕਰਕੇ, ਬੰਦਗੀ ਕਰਕੇ ਹਿਰਦੇ ਘਰ ਦੇ ਅੰਦਰ ਨਾਮ ਰੂਪੀ ਅੰਮ੍ਰਿਤ ਦਾ ਆਨੰਦ ਪ੍ਰਾਪਤ ਹੋ ਗਿਆ, ਫਿਰ ਉਹਨਾਂ ਦਾ ਸਾਰਾ ਹੀ ਜੀਵਨ ਆਨੰਦਮਈ ਹੋ ਜਾਂਦਾ। ਫਿਰ ਉੱਥੇ ਹੋਰ ਕੋਈ ਵੀ ਰਸ ਕਸ ਨਹੀਂ ਰਹਿ ਜਾਂਦੇ। ਜ਼ਰੂਰੀ ਹੈ ਰਸਨਾ ਦੇ ਨਾਲ ਜਪਣਾ। ਕਈ ਵਾਰ ਕਈ ਕਹਿ ਦਿੰਦੇ ਨੇ ਕਿ ਵਾਰ-ਵਾਰ
ਪਰਮਾਤਮਾ ਦੇ ਗੁਣ ਗਾਇਨ ਕਰਨ ਦਾ ਕੀ ਫਾਇਦਾ, ਵਾਰ-ਵਾਰ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ ਹੈ। ਸਾਧ ਸੰਗਤ, ਭਾਈ ਨੰਦ ਲਾਲ ਜੀ ਬਹੁਤ ਹੀ ਸਤਿਕਾਰਯੋਗ ਗੁਰੂ ਪਾਤਸ਼ਾਹ ਜੀ ਦੇ ਸਿੱਖ, ਗੁਰ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਦਰਬਾਰੀ ਕਵੀ, ਜਿਨ੍ਹਾਂ ਦੀ ਰਚਨਾ ਨੂੰ ਸਾਧ ਸੰਗਤ ਗੁਰਬਾਣੀ ਦੇ ਵਾਂਗ ਹੀ ਜਿਨ੍ਹਾਂ ਦਾ ਕੀਰਤਨ ਕਰਨ ਦੀ ਆਗਿਆ ਸਿੱਖ ਰਹਿਤ ਮਰਿਆਦਾ ਸਾਨੂੰ ਦਿੰਦੀ ਹੈ, ਉਹਨਾਂ ਦੀਆਂ ਰਚਨਾਵਾਂ ਦਾ ਕੀਰਤਨ ਕੀਤਾ ਜਾਂਦਾ। ਉਹ ਬੜੇ ਪਿਆਰੇ ਬਚਨ ਕਰਦੇ ਹਨ ਸਾਧ ਸੰਗਤ ਜੀ। ਉਹ ਕਹਿੰਦੇ ਨੇ, ਰਾਹੇ ਰਸਾਨੇ ਰਾਹੇ ਹੱਕ, ਕਹਿੰਦੇ ਨੇ ਕਿ ਰੱਬ ਦੇ ਮਿਲਾਪ ਦਾ ਇੱਕੋ ਇੱਕ ਰਾਹ, ਇੱਕੋ ਇੱਕ ਰਸਤਾ ਹੈ। ਰਹਿ ਰਸਾਨੇ ਰਾਹੇ ਹੱਕ, ਆਮਦ ਅਦਬ, ਅਦਬ ਦੇ ਨਾਲ, ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਆ ਕਰਮ ਕੀਤਾ ਜਾਵੇ। ਕਿਹੜਾ ਕਰਮ ਕਰਨਾ ਹੈ? ਹਮ ਬਾ ਦਿਲ ਖੁਦਾ, ਕਹਿੰਦੇ ਕਿ ਆਪਣੇ ਹਿਰਦੇ ਦੇ ਅੰਦਰ ਉਸ ਮਾਲਕ ਨੂੰ ਵਸਾ ਕੇ ਰੱਖਣਾ ਹੈ। ਹਮ ਬਾ ਦਿਲ ਯਾਦੇ ਖੁਦਾ, ਉਹ ਹਮ ਬਾਲਬ, ਹਿਰਦੇ ਦੇ ਅੰਦਰ ਵੀ ਉਸ ਮਾਲਕ ਦੀ ਯਾਦ ਨੂੰ ਵਸਾਉਣਾ ਤੇ ਆਪਣੇ ਲਬਾਂ ਦੇ ਉੱਪਰ ਬਾਲਬ, ਬਾਲਬ ਦਾ ਭਾਵ ਹੈ ਆਪਣੇ ਲਬਾਂ ਦੇ ਨਾਲ, ਆਪਣੀ ਜ਼ੁਬਾਨ ਦੇ ਨਾਲ, ਆਪਣੇ ਮੁਖ ਦੇ ਨਾਲ ਵੀ ਉਸ ਪਰਮਾਤਮਾ ਦਾ ਸਿਮਰਨ ਕਰਦਾ। ਹਿਰਦੇ ਦੇ ਵਿੱਚ ਵੀ ਵਸਾਉਣਾ ਤੇ ਰਸਨਾ ਦੇ ਨਾਲ ਵੀ ਜਪਣਾ, ਰਸਨਾ ਦੇ ਨਾਲ ਉਹਨੂੰ ਰਿੜਕਣਾ। ਜਿਵੇਂ ਰਿੜਕ ਕੇ ਦੁੱਧ ਨੂੰ ਰਿੜਕਣ ਦੇ ਨਾਲ ਮੱਖਣ ਦੀ ਪ੍ਰਾਪਤੀ ਹੋ ਜਾਂਦੀ ਹੈ, ਇਸੇ ਤਰੀਕੇ ਨਾਲ ਜਦੋਂ ਰਸਨਾ ਦੇ ਨਾਲ ਵਾਰ-ਵਾਰ ਜਪਿਆ ਜਾਂਦਾ ਹੈ ਸਾਧ ਸੰਗਤ, ਫਿਰ ਹਿਰਦੇ ਘਰ ਦੇ ਅੰਦਰ ਹੀ ਉਹ ਨਾਮ ਰੂਪੀ ਅੰਮ੍ਰਿਤ ਜਿਹੜਾ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਇਹਨੂੰ ਬਾਹਰ ਲੱਭਣ ਦੀ ਲੋੜ ਨਹੀਂ, ਬਾਹਰ ਇਹਦੇ ਵਾਸਤੇ ਕੋਈ ਕਠਿਨ ਤਪ ਕਰਨ ਦੀ ਲੋੜ ਨਹੀਂ ਸਾਧ ਸੰਗਤ। ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਸੰਪੂਰਨ ਗੁਰਬਾਣੀ ਦੇ ਅੰਦਰ ਸਾਨੂੰ ਇਹੋ ਹੀ ਸੋਝੀ ਦਿੱਤੀ ਹੈ ਕਿ ਸਤਿਗੁਰੂ ਦੀ ਸੰਗਤ ਦੇ ਵਿੱਚ ਜੁੜ। ਜਿਹੜੇ ਬਚਨ ਅਸੀਂ ਪਹਿਲਾਂ ਸਾਂਝੇ ਕੀਤੇ ਸੁਖਮਣੀ ਸਾਹਿਬ ਜੀ ਦੇ ਕਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, ਇਸ ਕਾ ਵਿਸਰਾਮ, ਜਿਹੜਾ ਹਿਰਦੇ ਦੇ ਵਿੱਚ ਵਸਿਆ ਹੋਇਆ ਪਰਮਾਤਮਾ, ਉਹਦੇ ਦਰਸ਼ਨ ਕਿਵੇਂ ਹੁੰਦੇ? ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸੰਤ ਸੰਗ ਦੇ ਵਿੱਚ, ਸਤ ਸੰਗਤ ਦੇ ਵਿੱਚ ਜੁੜਿਆ ਹੋਇਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਬਾਕੀ ਜਿਹੜੇ ਕਾਰਜ ਹਨ ਸਾਧ ਸੰਗਤ, ਜਿਹੜੇ ਕਠਿਨ ਤਪ ਕਰਦੇ ਹਨ, ਜਿਵੇਂ ਗੁਰੂ ਅਮਰਦਾਸ ਜੀ ਬਚਨ ਕਰਦੇ ਹਨ, ਇੱਕ ਵਣਖੰਡ ਬੈਸੈ ਜਾਹੇ ਸਾਧਨਾ ਦੇਵਹੀ, ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇਵਹੀ। ਸਾਰੇ ਸ਼ਬਦ ਦੇ ਅੰਦਰ ਇਹਨਾਂ ਕਠਿਨ ਤਪਾਂ ਦਾ ਜ਼ਿਕਰ ਸਤਿਗੁਰਾਂ ਨੇ ਕੀਤਾ ਹੈ ਕਿ ਕਈ ਜਿਹੜੇ ਹਨ ਜੰਗਲਾਂ ਦੇ ਵਿੱਚ ਚਲ ਜਾਂਦੇ, ਮੌਨ ਧਾਰਨ ਕਰ ਲੈਂਦੇ ਨੇ। ਕਈ ਜਿਹੜੇ ਉਹ ਆਹਾਰ ਛੱਡ ਦਿੰਦੇ ਨੇ, ਨਹਾਉਣਾ ਛੱਡ ਦਿੰਦੇ ਨੇ, ਰਾਖ ਮਲ ਲੈਂਦੇ ਨੇ, ਕਈ ਹੋਰ ਤਰ੍ਹਾਂ ਦੇ ਕਰਮ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਆਖਰ ਤੇ ਫੈਸਲਾ ਦਿੱਤਾ, ਇਹਨਾਂ ਕਰਮਾਂ ਦਾ ਜ਼ਿਕਰ ਕਰਕੇ ਨਾ ਆਖਰ ਤੇ ਫੈਸਲਾ ਦਿੱਤਾ, ਵਿਣ ਨਾਵੇਂ ਤਨ ਸ਼ਾਰ ਕਿਆ ਕਹਿ ਰੋਵਈ, ਸੋਹਣ ਖਸਮ ਦੁਆਰ ਜੇ ਸਤਿਗੁਰ ਸੇਵਈ। ਨਾਮ ਤੋਂ ਬਿਨਾਂ ਇਹ ਸਾਰੇ ਦੇ ਸਾਰੇ ਕਰਮ ਵਿਅਰਥ ਹਨ। ਖਸਮ ਦੇ ਦੁਆਰ ਤੇ ਉਹਨਾਂ ਨੂੰ ਹੀ ਸ਼ੋਭਾ ਮਿਲਦੀ ਹੈ, ਜੀਵਨ ਉਹਨਾਂ ਦਾ ਹੀ ਸਫਲ ਹੁੰਦਾ ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਹਨ, ਸਤਿਗੁਰੂ ਦੇ ਸ਼ਬਦ ਦੀ ਕਮਾਈ ਆਪਣੇ ਜੀਵਨ ਦੇ ਅੰਦਰ ਕਰਦੇ ਹਨ, ਗੁਰੂ ਦੇ ਸ਼ਬਦ ਨੂੰ ਕਮਾਉਂਦੇ ਹਨ। ਗੁਰਮਤਿ ਦੇ ਅੰਦਰ ਕਠਿਨ ਤਪਾਂ ਦਾ ਜਿਹੜਾ ਉਹ ਕੋਈ ਮਹਾਤਮ ਨਹੀਂ ਸਾਧ ਸੰਗਤ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਬੜੇ ਹੀ ਪਿਆਰੇ ਗੁਰਸਿੱਖਾਂ ਦਾ ਜ਼ਿਕਰ ਆਉਂਦਾ ਹੈ। ਭਾਈ ਗੁਰਦਾਸ ਜੀ ਨੇ 11ਵੀਂ ਵਾਰ ਦੀ 13ਵੀਂ ਪੌੜੀ ਦੇ ਅੰਦਰ ਉਹਨਾਂ ਦਾ ਜ਼ਿਕਰ ਕੀਤਾ ਹੈ ਸਾਧ ਸੰਗਤ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬੜੇ ਸਿੱਖਾਂ ਦਾ, ਹੋਰ ਵੀ ਗੁਰੂ ਪਾਤਸ਼ਾਹੀਆਂ ਦੇ ਸਿੱਖਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਹਨ। ਤੇ ਦੋ ਗੁਰਮੁਖ ਪਿਆਰਿਆਂ ਦਾ ਜ਼ਿਕਰ ਕੀਤਾ, ਮਾਲੋ ਮੰਗਾ ਸਿੱਖ ਦੋਏ, ਗੁਰਬਾਣੀ ਰਸ ਰਸਕ ਬਿਲਾਸੀ। ਭਾਈ ਮਾਲੋ ਜੀ ਤੇ ਭਾਈ ਮੰਗਾ ਜੀ ਇਹ ਗੁਰਬਾਣੀ ਦਾ ਕੀਰਤਨ ਕਰਿਆ ਕਰਦੇ ਹਨ। ਇੱਕ ਦਿਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹਨਾਂ ਨੇ ਬੇਨਤੀ ਕੀਤੀ, ਸਵਾਲ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿਓ ਕਿ ਸਾਡਾ ਪਾਰ ਉਤਾਰਾ ਕਿਵੇਂ ਹੋ ਜਾਵੇ, ਸਾਡਾ ਜੀਵਨ ਸਫਲ ਕਿਵੇਂ ਹੋ ਜਾਵੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਵੇਖੋ ਇਸ ਜੀਵਨ ਦੇ ਅੰਦਰ ਧਰਮ ਕਮਾਉਣ ਦੇ ਵਾਸਤੇ ਕੋਈ ਬੜੇ ਹੀ ਕਠਿਨ ਕਰਮ ਕਰਦਾ ਆ। ਉਹ ਕਠਿਨ ਕਰਮ ਕਿਹੜੇ ਹਨ? ਸਰੀਰ ਨੂੰ ਤਪਾਉਣ ਵਾਲੇ, ਤਪ ਕਰਨੇ, ਜੰਗਲਾਂ ਦੇ ਵਿੱਚ ਚਲੇ ਜਾਣਾ, ਇੱਕ ਲੱਤ ਤੇ ਖੜੇ ਹੋ ਕੇ ਭਗਤੀ ਕਰਨੀ, ਖੂਹਾਂ ਦੇ ਵਿੱਚ ਪੁੱਠੇ ਲੰਮ ਕੇ ਭਗਤੀ ਕਰਨੀ, ਇਹ ਕਠਿਨ ਤਪ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਨਾਂ ਕਠਿਨ ਤਪਾਂ ਦਾ ਕੋਈ ਬਹੁਤਾ ਮਹਾਤਮ ਨਹੀਂ। ਇਸੇ ਤਰੀਕੇ ਦੇ ਨਾਲ ਕੋਈ ਹੋਰ ਵੀ ਕਈ ਤਰ੍ਹਾਂ ਦੇ ਕਰਮ ਕਰਦੇ ਨੇ, ਪਰ ਕਹਿੰਦੇ ਤੁਹਾਡੇ ਵਾਸਤੇ ਜਿਹੜਾ ਸਭ ਤੋਂ ਸੁਗਮ ਕਰਮ ਹੈ, ਸੁਗਮ ਦਾ ਭਾਵ ਹੈ ਸੌਖਾ,
ਜਿਹੜਾ ਕਰਨ ਦੇ ਵਿੱਚ ਵੀ ਤੁਹਾਡੇ ਸਰੀਰ ਦੇ ਵਾਸਤੇ ਸੌਖਾ ਉਹ ਹੈ ਸਤ ਸੰਗਤ ਦੇ ਵਿੱਚ ਜੁੜਨਾ ਤੇ ਕਥਾ ਕੀਰਤਨ ਦੇ ਨਾਲ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ। ਇਹ ਸੁਗਮ ਕਰਮ ਹੈ, ਇਸ ਨੂੰ ਕਰੋ, ਤੁਹਾਨੂੰ ਤੁਹਾਡੇ ਜੀਵਨ ਦਾ ਪਾਰ ਉਤਾਰਾ ਹੋ ਜਾਵੇਗਾ, ਤੁਹਾਨੂੰ ਨਾਮ ਰੂਪੀ ਅੰਮ੍ਰਿਤ ਰਸ ਦੀ ਪ੍ਰਾਪਤੀ ਹੋ ਜਾਵੇਗੀ। ਤੇ ਉਹਨਾਂ ਗੁਰਮੁਖ ਪਿਆਰਿਆਂ ਨੇ ਅੱਗੋਂ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਜੀ ਅਸੀਂ ਤਾਂ ਅੱਜ ਤੱਕ ਇਹ ਸੁਣਿਆ ਵੀ ਜਿੰਨੀ ਮਿਹਨਤ ਵੱਧ, ਜਿੰਨੀ ਮੁਸ਼ੱਕਤ ਵੱਧ ਕਰੀਏ ਓਨਾ ਫਲ ਵੱਧ ਮਿਲਦਾ। ਤੁਸੀਂ ਕਹਿ ਰਹੇ ਹੋ ਵੀ ਜਿਹੜੇ ਕਰਮਾਂ ਤੇ ਮਿਹਨਤ ਵੱਧ ਲੱਗਦੀ ਹੈ, ਜਿਹੜੇ ਕਰਨ ਦੇ ਵਿੱਚ ਕਰਮ ਬੜੇ ਔਖੇ ਹਨ ਉਹਨਾਂ ਦਾ ਕੋਈ ਬਹੁਤਾ ਮਹਾਤਮ ਨਹੀਂ, ਤੇ ਜਿਹੜੇ ਕਰਮ ਸਰੀਰ ਨੂੰ ਕਰਨ ਵਾਸਤੇ ਸੌਖੇ ਹਨ ਉਹਨਾਂ ਦਾ ਮਹਾਤਮ ਬਹੁਤ ਜ਼ਿਆਦਾ। ਸਤਿਗੁਰੂ ਪਾਤਸ਼ਾਹ ਜੀ ਇਹ ਸੋਝੀ ਸਾਨੂੰ ਬਖਸ਼ਿਸ਼ ਕਰੋ ਵੀ ਵੱਧ ਮਿਹਨਤ ਵਾਲੇ ਦਾ ਘੱਟ ਫਲ ਕਿਉਂ ਤੇ ਘੱਟ ਵਾਲੇ ਦਾ ਵੱਧ ਕਿਉਂ। ਤੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਉਦਾਹਰਨ ਦੇ ਕੇ ਸਮਝਾਇਆ। ਕਹਿੰਦੇ ਕਦੇ ਦੇਖਣਾ ਕਈ ਜਿਹੜੇ ਆਪਣੇ ਸਿਰ ਦੇ ਉੱਪਰ ਪੰਡਾਂ ਲੱਕੜਾਂ ਦੀਆਂ ਚੁੱਕਦੇ ਹਨ, ਉਹਨਾਂ ਦੀ ਮਿਹਨਤ ਬਹੁਤ ਹੀ ਜ਼ਿਆਦਾ ਆ ਪਰ ਉਹਨਾਂ ਨੂੰ ਮਜ਼ਦੂਰੀ ਬਹੁਤ ਘੱਟ ਮਿਲਦੀ ਆ, ਉਹਨਾਂ ਨੂੰ ਉਹਦੇ 'ਚੋਂ ਨਫਾ ਬਹੁਤ ਘੱਟ ਹੁੰਦਾ ਆ। ਕਈ ਆਪਣੀ ਦੁਕਾਨ ਤੇ ਬੈਠ ਕੇ ਸੌਦਾ ਵੇਚਦੇ ਹਨ, ਉਹਨਾਂ ਦੀ ਮਿਹਨਤ ਲੱਕੜਾਂ ਦੀ ਪੰਡ ਚੁੱਕਣ ਵਾਲਿਆਂ ਦੇ ਨਾਲੋਂ ਘੱਟ ਹੈ ਪਰ ਨਫਾ ਵੱਧ ਹੁੰਦਾ ਹੈ। ਕਈ ਜਿਹੜੇ ਹਨ ਉਹ ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਦੇ ਹਨ, ਉਹਨਾਂ ਦੀ ਮਿਹਨਤ ਉਸ ਕਰਿਆਨੇ ਦੀ ਦੁਕਾਨ ਵਾਲੇ ਤੋਂ ਵੀ ਥੋੜ੍ਹੀ ਘੱਟ ਹੋ ਜਾਂਦੀ ਹੈ ਸਰੀਰਕ ਮਿਹਨਤ, ਪਰ ਉਹਨਾਂ ਦਾ ਨਫਾ ਉਹਦੇ ਤੋਂ ਵੱਧ ਹੋ ਜਾਂਦਾ। ਤੇ ਕਈ ਜਿਹੜੇ ਹੀਰਿਆਂ ਦੇ ਵਪਾਰੀ ਜਿਹੜੇ ਜੌਹਰੀ ਹੁੰਦੇ ਹਨ ਉਹਨਾਂ ਦੀ ਮਿਹਨਤ ਸਾਰਿਆਂ ਤੋਂ ਘੱਟ ਹੁੰਦੀ ਹੈ, ਉਹਨਾਂ ਦਾ ਇੱਕ ਅੱਧਾ ਹੀਰਾ ਵੀ ਜਦੋਂ ਕਿਤੇ ਉਹਦੀ ਕੀਮਤ ਪੈ ਜਾਵੇ ਤੇ ਉਹ ਵਾਰੇ ਨਿਆਰੇ ਹੋ ਜਾਂਦੇ ਨੇ। ਮਿਹਨਤ ਘੱਟ ਹੁੰਦੀ ਹੈ ਪਰ ਨਫਾ ਉਹਦੇ ਵਿੱਚ ਬਹੁਤ ਹੁੰਦਾ ਆ। ਤੁਸੀਂ ਲੱਕੜਾਂ ਦੇ ਨਹੀਂ, ਤੁਸੀਂ ਹੀਰਿਆਂ ਦੇ ਵਪਾਰੀ ਬਣਨਾ ਹੈ। ਹੀਰਿਆਂ ਦੇ ਵਪਾਰੀ ਬਣਨ ਦਾ ਭਾਵ ਹੈ ਨਾਮ ਅੰਮ੍ਰਿਤ ਦੇ ਨਾਲ ਜੁੜਨਾ, ਸਤਿਗੁਰੂ ਦੀ ਸੰਗਤ ਦੇ ਵਿੱਚ ਜੁੜਨਾ। ਗੁਰੂ ਦੀ ਸੰਗਤ ਦੇ ਵਿੱਚੋਂ ਨਾਮ ਦੀ ਪ੍ਰਾਪਤੀ ਹੋਣੀ ਹੈ। ਤੇ ਜਦੋਂ ਜੀਵ ਜੁੜਦਾ ਫਿਰ ਨਾਮ ਰੂਪੀ ਸਰੋਵਰ ਦੇ ਅੰਦਰ ਚੁੱਭੀਆਂ ਲਗਾਉਂਦਾ। ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਅੱਗੇ ਕਿਰਪਾ ਕਰਕੇ ਸਮਝਾਇਆ, ਨਿਰਮਲ ਉਦਕ ਗੋਬਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ। ਨਿਰਮਲ ਉਦਕ, ਉਦਕ ਦਾ ਭਾਵ ਹੈ ਜਲ ਪਾਣੀ। ਕਹਿੰਦੇ ਇਹ ਨਿਰਮਲ ਜਲ ਹੈ, ਪਰਮਾਤਮਾ ਦਾ ਨਾਮ ਨਿਰਮਲ ਜਲ ਹੈ। ਤੇ ਪਰਮਾਤਮਾ ਦੇ ਨਾਮ ਰੂਪੀ ਜਲ ਦੇ ਅੰਦਰ ਜਦੋਂ ਤੂੰ ਇਸ਼ਨਾਨ ਕਰੇਂਗਾ ਭਲਿਆ, ਪੂਰਨ ਸਭ ਕਾਮ, ਸਾਰੇ ਕਾਮ, ਸਾਰੀਆਂ ਇੱਛਾਵਾਂ ਤੇਰੀਆਂ ਪੂਰੀਆਂ ਹੋ ਜਾਂਦੀਆਂ। ਫਿਰ ਉੱਥੇ ਕੋਈ ਇੱਛਾ, ਕੋਈ ਕਾਮਨਾ ਪਿੱਛੇ ਨਹੀਂ ਰਹਿੰਦੀ। ਜਿੱਥੇ ਨਾਮ ਦਾ ਰਸ ਆਉਣ ਲੱਗ ਪਿਆ ਉੱਥੇ ਕੋਈ ਇੱਛਾ ਹੋਰ ਨਹੀਂ ਰਹਿੰਦੀ। ਸਾਧ ਸੰਗਤ ਬਾਣੀ ਦੇ ਵੀ ਬਚਨ ਅਸੀਂ ਪੜ੍ਹਦੇ ਹਾਂ, ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ। ਜਿੱਥੇ ਨਾਮ ਦਾ ਰਸ ਆ ਗਿਆ, ਨਾਮ ਦਾ ਸਵਾਦ ਜੀਵਨ ਦੇ ਵਿੱਚ ਆ ਗਿਆ, ਉੱਥੇ ਫਿਰ ਸੰਸਾਰ ਦੇ ਬਾਕੀ ਦੇ ਰਸ ਕਸ ਸਾਰੇ ਹੀ ਛੁੱਟ ਜਾਂਦੇ ਨੇ। ਸਾਧ ਸੰਗਤ ਉੱਥੇ ਫਿਰ ਬਾਕੀ ਕੋਈ ਵੀ ਰਸ ਕਸ ਨਹੀਂ ਰਹਿੰਦੇ। ਸਾਧ ਸੰਗਤ ਇਤਿਹਾਸ ਦੇ ਅੰਦਰ ਇੱਕ ਬੜਾ ਪਿਆਰਾ ਜ਼ਿਕਰ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਵਾਰ ਮਾਲਵੇ ਦੀ ਧਰਤੀ ਤੇ ਸਨ। ਸਤਿਗੁਰਾਂ ਦੇ ਨਾਲ ਕੁਝ ਗੁਰਸਿੱਖ ਪਿਆਰੇ ਹਨ। ਇੱਕ ਪਿੰਡ ਦੇ ਵਿੱਚ ਗਏ ਤੇ ਉਸ ਪਿੰਡ ਦੇ ਵਿੱਚ ਕਾਲ ਪਿਆ ਸੀ, ਉੱਥੇ ਅਨਾਜ ਦੀ ਬੜੀ ਘਾਟ ਸੀ। ਜਦੋਂ ਗੁਰੂ ਪਾਤਸ਼ਾਹ ਜੀ ਤੇ ਉਹਨਾਂ ਦੇ ਸਿੱਖਾਂ ਨੇ ਉੱਥੇ ਉਤਾਰਾ ਕੀਤਾ ਤੇ ਪਿੰਡ ਵਾਲੀ ਸੰਗਤ ਨੇ ਅੱਗੋਂ ਬੇਨਤੀ ਕੀਤੀ, ਪਾਤਸ਼ਾਹ ਜੀ ਤੁਸੀਂ ਇੱਦਾਂ ਕਰੋ, ਆਪਣੇ ਇੱਕ ਇੱਕ ਦੋ ਦੋ ਸਿੱਖਾਂ ਨੂੰ ਸਾਡੇ ਪਿੰਡ ਦੇ ਘਰਾਂ ਦੇ ਵਿੱਚ ਭੇਜ ਦਿਓ, ਅਸੀਂ ਉੱਥੇ ਇਹਨਾਂ ਦੀ ਸੇਵਾ ਪਾਣੀ ਕਰ ਦਿਆਂਗੇ। ਸਾਡੇ ਕਾਲ ਪੈਣ ਕਰਕੇ ਅਨਾਜ ਦੀ ਥੋੜ੍ਹੀ ਤੋਟ ਹੈ, ਅਸੀਂ ਵੱਡਾ ਲੰਗਰ ਸਾਰਿਆਂ ਵਾਸਤੇ ਇੱਕ ਥਾਂ ਇਕੱਠਾ ਤਿਆਰ ਨਹੀਂ ਕਰ ਸਕਦੇ। ਸਤਿਗੁਰਾਂ ਦੇ ਸਿੱਖ ਕੱਲੇ ਕੱਲੇ ਘਰ ਦੇ ਵਿੱਚ ਗਏ, ਉੱਥੇ ਪ੍ਰਸ਼ਾਦਾ ਪਾਣੀ ਛਕਿਆ, ਰਾਤ ਉੱਥੇ ਗੁਜ਼ਾਰੀ ਹੈ। ਹੁਣ ਅਗਲੇ ਦਿਨ ਜਦੋਂ ਆਏ ਹਨ ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਨੇ ਸਾਰਿਆਂ ਨੂੰ ਪੁੱਛਿਆ ਭਰੇ ਦਰਬਾਰ ਦੇ ਅੰਦਰ, ਭਲਿਓ ਕਿਵੇਂ ਦਾ ਤੁਹਾਡਾ ਇੱਥੇ ਕਿਵੇਂ ਦਾ ਸਮਾਂ ਰਿਹਾ, ਤੁਹਾਡੀ ਸੰਗਤ ਨੇ ਸੇਵਾ ਕਿਵੇਂ ਦੀ ਕੀਤੀ? ਸਾਰੇ ਕਹਿਣ ਲੱਗੇ ਜੀ ਬੜੇ ਵਧੀਆ, ਬੜਾ ਵਧੀਆ ਪ੍ਰਸ਼ਾਦਾ ਛਕਿਆ, ਵਧੀਆ ਪ੍ਰਸ਼ਾਦਾ। ਪਰ ਇੱਕ ਗੁਰੂ ਕਾ ਸਿੱਖ ਸਾਧ ਸੰਗਤ ਜਿਨ੍ਹਾਂ ਦਾ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ ਹੈ, ਭਾਈ ਗੱਜਾ ਸਿੰਘ ਜੀ। ਭਾਈ ਗੱਜਾ ਸਿੰਘ ਜੀ ਨੂੰ ਜਦੋਂ ਪੁੱਛਿਆ ਤੇ ਭਾਈ ਗੱਜਾ ਸਿੰਘ ਜੀ ਕਹਿਣ ਲੱਗੇ, ਸਤਿਗੁਰੂ ਇੱਦਾਂ ਦਾ ਪ੍ਰਸ਼ਾਦਾ ਛਕਿਆ ਜਿਹੜਾ ਅੱਜ ਤੱਕ ਛਕਿਆ ਹੀ ਨਹੀਂ ਸੀ। ਸਤਿਗੁਰੂ ਇੱਦਾਂ ਦਾ ਛਕਿਆ, ਅੱਜ ਤੱਕ ਉਹ ਪ੍ਰਸ਼ਾਦਾ ਕਦੀ ਛਕਿਆ ਹੀ ਨਹੀਂ ਸੀ। ਹੁਣ ਸਾਰੇ ਹੈਰਾਨ ਹੋ ਕੇ, ਹੁਣ ਸਾਰੇ ਘਰਾਂ ਦੇ ਵਿੱਚ ਗਏ ਸਨ ਤੇ ਜੋ ਵੀ ਅਗਲੇ ਪਾਸੇ ਉਹਨਾਂ ਨੇ ਸ਼ਰਧਾ ਪ੍ਰੇਮ ਦੇ ਨਾਲ ਕੋਈ ਰੁੱਖਾ ਮਿੱਸਾ ਜੋ ਉਹਨਾਂ ਵਾਸਤੇ ਤਿਆਰ ਕੀਤਾ, ਕਿਉਂਕਿ ਜਿਵੇਂ ਬਚਨ ਸਾਂਝਾ ਕੀਤਾ ਕਿ ਕਾਲ ਪਿਆ ਅਨਾਜ ਦੀ ਬੜੀ ਤੋੜ ਸੀ, ਜੋ ਕੁਝ ਵੀ ਉਸ ਸੰਗਤ ਦੇ ਕੋਲੋਂ ਭਾਵਨਾ ਦੇ ਨਾਲ ਬਣ ਆਇਆ ਉਹਨਾਂ ਗੁਰਸਿੱਖਾਂ ਦੀ ਸੇਵਾ ਕਰ ਦਿੱਤੀ। ਤੇ ਸਾਰੇ ਜਾਣੇ ਜਿਹੜੇ ਬੜੇ ਹੈਰਾਨ ਹੋਏ ਵੀ ਇਹ ਵੱਖਰਾ ਕੀ ਛਕ ਆਇਆ ਸਾਡੇ ਨਾਲੋਂ,
ਇਹਦੀ ਕਿਹੜੇ ਪਦਾਰਥਾਂ ਦੇ ਨਾਲ ਸੇਵਾ ਕਰ ਦਿੱਤੀ। ਭਾਈ ਗੱਜਾ ਸਿੰਘ ਨੇ ਜਦੋਂ ਇਹ ਕਹੇ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਗੱਜਾ ਸਿੰਘ ਕਿਹਦੇ ਘਰ ਗਿਆ ਸੀ, ਖੜੇ ਹੋ। ਉਹ ਗੁਰਸਿੱਖ ਪਿਆਰਾ ਖੜਾ ਹੋਇਆ। ਸਤਿਗੁਰੂ ਕਹਿੰਦੇ ਭਲਿਆ ਕਾਹਦੇ ਨਾਲ ਭਾਈ ਗੱਜਾ ਸਿੰਘ ਦੀ ਸੇਵਾ ਕੀਤੀ ਹੋਏ ਤੇ ਤ੍ਰਿਪਤੀ ਬੜਾ ਹੋਇਆ, ਇਹ ਤੇ ਬੜੇ ਆਨੰਦ ਦੇ ਵਿੱਚ ਹੈ। ਤੇ ਉਹ ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੇਵਾ ਕਾਹਦੀ ਕਰਨੀ, ਮੇਰੇ ਤੇ ਘਰ ਦੇ ਅੰਦਰ ਅਨਾਜ ਦਾ ਇੱਕ ਦਾਣਾ ਤੱਕ ਨਹੀਂ ਹੈ, ਮੇਰੇ ਤੇ ਘਰ ਦੇ ਅੰਦਰ ਅਨਾਜ ਦਾ ਇੱਕ ਦਾਣਾ ਤੱਕ ਨਹੀਂ ਸੀ। ਜੰਡ ਦੀਆਂ ਫਲੀਆਂ ਜਿਹੜੀਆਂ ਉਹ ਲਿਆ ਕੇ ਰੱਖੀਆਂ ਸਨ, ਸਾਰੀ ਰਾਤ ਭਿਓਈਆਂ ਸਨ ਤੇ ਉਹ ਭਿੱਜੀਆਂ ਹੋਈਆਂ ਫਲੀਆਂ ਹੀ ਇਸ ਗੁਰਸਿੱਖ ਨੇ ਛਕੀਆਂ ਹਨ। ਉਹ ਤੇ ਇਸ ਗੁਰਸਿੱਖ ਤੇ ਹੀ ਇੰਨੀ ਕੁ ਬਖਸ਼ਿਸ਼ ਹੈ ਕਿ ਇਹਨਾਂ ਨੂੰ ਉਸ ਜੰਡ ਦੀਆਂ ਫਲੀਆਂ ਦੇ ਵਿੱਚੋਂ ਵੀ ਆਨੰਦ ਆ ਗਿਆ। ਉਹ ਤੇ ਇਹਨਾਂ ਤੇ ਤੁਹਾਡੀ ਬਖਸ਼ਿਸ਼ ਹੈ ਸਾਧ ਸੰਗਤ। ਇਹ ਰੱਜਿਆਂ ਹੋਇਆਂ ਦੀ ਗਾਥਾ ਹੈ ਸਾਧ ਸੰਗਤ। ਜਿਨ੍ਹਾਂ ਦੇ ਜੀਵਨ ਦੇ ਅੰਦਰ ਨਾਮ ਦਾ ਰਸ ਆ ਗਿਆ, ਉੱਥੇ ਫਿਰ ਬਾਕੀ ਸਾਰੇ ਹੀ ਰਸ ਜਿਹੜੇ ਹਨ ਸਾਧ ਸੰਗਤ ਉਹ ਪਿੱਛੇ ਰਹਿ ਜਾਂਦੇ ਹਨ। ਪਰ ਖਿਮਾ ਕਰਨਾ, ਸਾਡੀ ਖੇਡ ਕਈ ਵਾਰ ਇੱਦਾਂ ਦੀ ਹੋ ਜਾਂਦੀ ਹੈ। ਹੋ ਸਕਦਾ ਭਾਈ ਗੱਜਾ ਸਿੰਘ ਜੀ ਦੇ ਥਾਂ ਤੇ ਸਾਡੇ ਵਰਗਾ ਅੱਜ ਕੱਲ੍ਹ ਕੋਈ ਹੁੰਦਾ ਨਾ, ਖਿਮਾ ਕਰਿਓ, ਅਸੀਂ ਤੇ ਗੁਰੂ ਕੇ ਲੰਗਰ ਦੇ ਵਿੱਚ ਵੀ ਨੁਕਸ ਕੱਢ ਕੇ ਕਈ ਵਾਰ ਚਲੇ ਜਾਂਦੇ ਹਾਂ। ਆਉਂਦੇ ਹਾਂ ਝੋਲੀਆਂ ਭਰਨ ਵਾਸਤੇ, ਦਾਤਾਂ ਲੈਣ ਵਾਸਤੇ, ਤੇ ਲੈ ਕੇ ਕੀ ਜਾਂਦੇ ਹਾਂ, ਘਰ ਜਾ ਕੇ ਕਈ ਵਾਰ ਗੱਲਾਂ ਕਰਦੇ ਹਾਂ, ਅੱਜ ਲੰਗਰ ਦੀ ਨਾ ਦਾਲ ਸਵਾਦ ਨਹੀਂ ਸੀ ਬਣੀ, ਅੱਜ ਪ੍ਰਸ਼ਾਦੇ ਇਸ ਤਰ੍ਹਾਂ ਦੇ ਬਣੇ ਸਨ, ਮੈਨੂੰ ਲੰਗਰ ਦੇ ਵਿੱਚ ਆਹ ਚੀਜ਼ ਨਹੀਂ ਮਿਲੀ, ਆਹ ਨਹੀਂ ਮਿਲੀ। ਤੇ ਫਿਰ ਖਿਮਾ ਕਰਨਾ, ਜਿਵੇਂ ਦੇ ਆਏ ਸਾਂ ਖਾਲੀ ਉਵੇਂ ਦੇ ਖਾਲੀ ਚਲੇ ਗਏ, ਝੋਲੀ ਭਰ ਕੇ ਨਹੀਂ ਇੱਥੋਂ ਲੈ ਕੇ ਗਏ। ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਅੱਗੇ ਕਿਰਪਾ ਕਰਕੇ ਸਮਝਾ ਰਹੇ ਨੇ, ਸੰਤ ਸੰਗ ਤਹਿ ਗੋਸ਼ਟ ਹੋਏ, ਕੋਟ ਜਨਮ ਕੇ ਕਿਲ ਵਿਖ ਖੋਏ। ਐਸੇ ਗੁਰਮੁਖ ਪਿਆਰੇ ਜਿਹੜੇ ਨਾਮ ਦੇ ਰੰਗ ਵਿੱਚ ਜੁੜ ਜਾਂਦੇ ਨੇ, ਉਹਨਾਂ ਦੀ ਫਿਰ ਗੋਸ਼ਟ ਪਰਮਾਤਮਾ ਦੇ ਨਾਲ ਹੁੰਦੀ ਹੈ। ਸੰਤ ਸੰਗ ਦਾ ਭਾਵ ਹੈ, ਇੱਥੇ ਸੰਤ ਪਰਮਾਤਮਾ ਨੂੰ ਆਖਿਆ ਗਿਆ, ਗੋਸ਼ਟ ਦਾ ਭਾਵ ਹੈ ਮਿਲਾਪ। ਐਸੇ ਗੁਰਮੁਖ ਪਿਆਰਿਆਂ ਦਾ ਮਿਲਾਪ ਉਸ ਮਾਲਕ ਦੇ ਨਾਲ ਹੋ ਜਾਂਦਾ। ਰਸਨਾ ਦੇ ਨਾਲ ਜਪਣਾ ਕਿਉਂ ਹੈ? ਕਬੀਰ ਸਾਹਿਬ ਜੀ ਦੇ ਬਚਨ ਨੇ, ਕਬੀਰ ਤੂੰ ਤੂੰ ਕਰਤਾ ਤੂ ਹੁਆ ਮੁਝ ਮੈਂ ਰਹਾ ਨਾ ਹੂ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਤੂੰ ਤੂੰ ਕਿਉਂ ਕਹਿਣਾ ਆ? ਕਿਉਂਕਿ ਤੂੰ ਤੂੰ ਕਹਿੰਦਿਆਂ ਜੀਵ ਉਸ ਤੂੰ ਦਾ ਹੀ ਰੂਪ ਹੋ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ। ਤੇ ਜਿਹੜੇ ਜੀਵ ਸਿਮਰਨ ਦੇ ਅੰਦਰ ਜੁੜਦੇ ਹਨ, ਉਹਨਾਂ ਦੀ ਗੋਸ਼ਟੀ ਮਿਲਾਪ ਉਸ ਪਰਮਾਤਮਾ ਦੇ ਨਾਲ ਹੋ ਜਾਂਦਾ ਹੈ। ਉਹਨਾਂ ਦੇ ਕਰੋੜਾਂ ਜਨਮਾਂ ਦੇ ਪਾਪ ਖਤਮ ਹੋ ਜਾਂਦੇ ਹਨ। ਸਿਮਰੈ ਸਾਧ ਕਰੈ ਆਨੰਦ, ਮਨ ਤਨ ਰਵਿਆ ਪਰਮਾਨੰਦ। ਸਿਮਰਨ ਦੇ ਨਾਲ ਜਿਹੜੇ ਗੁਰਮੁਖ ਪਿਆਰੇ ਜੁੜਦੇ ਹਨ, ਸਾਧ ਜੁੜਦੇ ਹਨ। ਇੱਥੇ ਸਾਧ ਦਾ ਭਾਵ ਹੈ ਸਾਧੇ ਹੋਏ ਗੁਰਮੁਖ ਪਿਆਰੇ, ਜਿਨ੍ਹਾਂ ਨੇ ਆਪਣਾ ਆਪ ਸਾਧਿਆ ਹੋਇਆ। ਸਾਧੂ ਕੌਣ ਹੈ? ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ। ਜਿਹਦੇ ਹਿਰਦੇ ਦੇ ਅੰਦਰ ਨਾਮ ਵਸਿਆ ਉਹ ਸਾਧੂ ਹੈ। ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਇੱਥੇ ਬਚਨ ਕਰ ਰਹੇ ਨੇ, ਸਿਮਰੈ ਸਾਧ ਕਰਹਿ ਆਨੰਦ। ਜਿਹੜੇ ਸਾਧ ਜਨ ਗੁਰਮੁਖ ਪਿਆਰੇ ਰੱਬ ਦੇ ਭਗਤ ਸਿਮਰਨ ਦੇ ਅੰਦਰ ਜੁੜਦੇ ਹਨ, ਉਹ ਸਦਾ ਹੀ ਆਨੰਦ ਦੇ ਵਿੱਚ ਰਹਿੰਦੇ ਨੇ, ਉਹ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ। ਮਨ ਤਨ ਰਵਿਆ ਪਰਮਾਨੰਦ। ਉਹਨਾਂ ਦਾ ਮਨ, ਉਹਨਾਂ ਦਾ ਤਨ ਉਸ ਪਰਮਾਤਮਾ ਦੀ ਯਾਦ ਦੇ ਅੰਦਰ ਹਮੇਸ਼ਾ ਰਵਿਆ ਰਹਿੰਦਾ ਹੈ, ਰੰਗਿਆ ਰਹਿੰਦਾ ਹੈ। ਨਾਦਰ ਸ਼ਾਹ ਨੇ ਜਦੋਂ ਭਾਰਤ 'ਤੇ ਹਮਲਾ ਕੀਤਾ ਤੇ ਉਹਨੂੰ ਸਿੱਖਾਂ ਨੇ ਵਾਪਸ ਜਾਂਦੇ ਨੂੰ ਲੁੱਟਿਆ। ਲਾਹੌਰ ਜ਼ਕਰੀਆ ਖਾਨ ਦੇ ਕੋਲ ਜਦੋਂ ਲੰਘਣ ਲੱਗਾ, ਜ਼ਕਰੀਆ ਖਾਨ ਨੂੰ ਪੁੱਛਦਾ ਵੀ ਜਿਨ੍ਹਾਂ ਨੇ ਮੈਨੂੰ ਲੁੱਟਿਆ ਇਹ ਕੌਣ ਹੈ? ਜ਼ਕਰੀਆ ਖਾਨ ਨੇ ਜਦੋਂ ਨਾਦਰ ਸ਼ਾਹ ਦੇ ਅੱਗੇ ਸਿੱਖਾਂ ਦਾ ਕਿਰਦਾਰ ਦੱਸਿਆ ਨਾ, ਤੇ ਸਾਡੇ ਇਤਿਹਾਸਿਕ ਗ੍ਰੰਥਾਂ ਦੇ ਬਚਨ ਨੇ, ਜ਼ਕਰੀਆ ਖਾਨ ਨਾਦਰ ਸ਼ਾਹ ਨੂੰ ਇਹ ਗੱਲ ਸਿੱਖਾਂ ਦੇ ਬਾਰੇ ਕਹਿੰਦਾ ਇਹ ਤੇ ਇੰਨੀ ਚੜ੍ਹਦੀ ਕਲਾ ਵਾਲੇ ਆ ਵੀ ਇਹ ਜੰਗਲ ਦੇ ਵਿੱਚ ਰਹਿੰਦੇ ਕਈ ਦਿਨਾਂ ਦੇ ਭੁੱਖੇ ਹੋਣ ਨਾ, ਕਈ ਦਿਨਾਂ ਦਾ ਕੋਈ ਗੁਰੂ ਕਾ ਸਿੱਖ ਭੁੱਖਾ ਹੋਵੇ ਜੰਗਲ ਦੇ ਵਿੱਚ, ਪ੍ਰਸ਼ਾਦਾ ਖਾਣ ਨੂੰ ਨਾ ਮਿਲਿਆ ਹੋਵੇ, ਤੇ ਕਿਤੇ ਇੱਕ ਪ੍ਰਸ਼ਾਦਾ ਕਿਸੇ ਸਿੱਖ ਨੂੰ ਮਿਲ ਜਾਵੇ, ਤਾਂ ਕਹਿੰਦਾ ਇਹ ਨਹੀਂ ਵੀ ਉਹ ਕਿਤੇ ਕੋਨੇ ਦੇ ਵਿੱਚ ਜਾ ਕੇ ਲੋਕੇ ਖਾ ਲੈਂਦਾ, ਨਹੀਂ, ਥਾਲ ਦੇ ਵਿੱਚ ਪਾਉਂਦਾ ਹੈ ਪ੍ਰਸ਼ਾਦਾ, ਜ਼ਮੀਨ 'ਤੇ ਚੌਂਕੜਾ ਮਾਰ ਕੇ ਬਹਿੰਦਾ, ਤੇ ਉਹ ਪ੍ਰਸ਼ਾਦਾ ਥਾਲ ਦੇ ਵਿੱਚ ਪਾ ਕੇ ਅੱਗੇ ਰੱਖ ਕੇ ਸਾਰੇ ਨੂੰ ਆਵਾਜ਼ ਦਿੰਦਾ। ਕਹਿੰਦਾ ਕਿਹੜੀ ਆਵਾਜ਼ ਦਿੰਦਾ? ਦੇਤ ਆਵਾਜ਼ਾ ਹੈ ਭੁੱਖਾ ਕੋਈ, ਆਓ ਦੇਗ ਤਿਆਰ ਗੁਰ ਹੋਈ। ਕਹਿੰਦਾ ਉਹ ਗੁਰੂ ਕਾ ਲੰਗਰ ਤਿਆਰ ਹੋਇਆ, ਉਹ ਛਕੀਏ। ਫਿਰ ਕਹਿੰਦਾ ਇੱਥੇ ਹੀ ਬਸ ਨਹੀਂ, ਉਸ ਸਮੇਂ ਬੈਰੀ ਕਿਮ ਆਵੈ ਪਰਮ ਮੀਤ ਸਮ ਤਾਹੀਂ ਛਕਾਵੈ। ਉੱਥੇ ਵੈਰੀ ਵੀ ਆ ਕੇ ਜੇ ਪੰਗਤ ਦੇ ਵਿੱਚ ਬੈਠ ਜਾਵੇ ਤੇ ਆਪਣਾ ਮਿੱਤਰ ਸਮਝ ਕੇ ਉਹਨੂੰ ਖਵਾ ਦਿੰਦੇ ਆ। ਤੇ ਨਾਦਰ ਸ਼ਾਹ ਕਹਿੰਦਾ ਫਿਰ ਆਪਣੇ ਵਾਸਤੇ ਕੀ? ਕਹਿੰਦਾ ਬਚੇ ਤੂੰ ਆਪ ਖੜੇ ਹੈ, ਨਹੀਂ ਤਾਂ ਲੰਗਰ ਮਸਤ ਬਤੇ ਹੈ। ਜੇ ਬਚ ਜੇ ਤੇ ਆਪ ਖਾ ਲੈਂਦੇ, ਨਹੀਂ ਕਹਿੰਦੇ ਲੰਗਰ
ਮਸਤ ਹੋ ਗਿਆ। ਕਦੀ ਗੁਰੂ ਦਾ ਸਿੱਖ ਨਹੀਂ ਕਹਿੰਦਾ ਲੰਗਰ ਖਤਮ ਹੋ ਗਿਆ ਜਾਂ ਮੁੱਕ ਗਿਆ। ਇਹ ਚੜ੍ਹਦੀ ਕਲਾ ਹੈ ਸਾਧ ਸੰਗਤ। ਇਹ ਉਹ ਆਨੰਦ ਦੀ ਅਵਸਥਾ ਜਦੋਂ ਜੀਵ ਪਰਮਾਤਮਾ ਦੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ, ਉੱਥੇ ਫਿਰ ਸਾਧ ਸੰਗਤ ਜੀ ਕਿਸੇ ਚੀਜ਼ ਦਾ ਕੋਈ ਘਾਟਾ ਜਿਹੜਾ ਉਹ ਪਿੱਛੇ ਨਹੀਂ ਰਹਿ ਜਾਂਦਾ। ਉੱਥੇ ਜੀਵਨ ਚੜ੍ਹਦੀ ਕਲਾ ਵਾਲਾ ਬਣ ਜਾਂਦਾ। ਸਤਿਗੁਰੂ ਪਾਤਸ਼ਾਹ ਜੀ ਆਖਰ ਦੇ ਵਿੱਚ ਬਚਨ ਕਰ ਰਹੇ ਹਨ, ਜਿਸਹਿ ਪ੍ਰਾਪਤ ਹਰ ਚਰਨ ਨਿਧਾਨ। ਪਰਮਾਤਮਾ ਦੇ ਚਰਨਾਂ ਦਾ, ਉਸ ਮਾਲਕ ਦੀ ਯਾਦ ਦਾ ਖਜ਼ਾਨਾ ਜਿਹੜੇ ਜੀਵਾਂ ਨੂੰ ਪ੍ਰਾਪਤ ਹੋ ਜਾਂਦਾ, ਜਿਨ੍ਹਾਂ ਦੇ ਜੀਵਨ ਦੇ ਅੰਦਰ ਪਰਮਾਤਮਾ ਦਾ ਸਿਮਰਨ, ਪਰਮਾਤਮਾ ਦੀ ਬੰਦਗੀ, ਇਬਾਦਤ ਆ ਜਾਂਦੀ ਹੈ। ਨਾਨਕ ਦਾਸ ਤਿਸਹਿ ਕੁਰਬਾਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਉਸ ਤੋਂ ਬਲਿਹਾਰੇ ਜਾਈਏ, ਉਸ ਜੀਵ ਤੋਂ ਕੁਰਬਾਨ ਜਾਈਏ। ਅੱਜ ਦੇ ਪਾਵਨ ਬਚਨਾਂ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਮ ਰੂਪੀ ਅੰਮ੍ਰਿਤ ਦੀ ਗੱਲ ਕੀਤੀ ਹੈ। ਇਹ ਨਾਮ ਰੂਪੀ ਅੰਮ੍ਰਿਤ ਗੁਰੂ ਦੀ ਸੰਗਤ ਦੇ ਵਿੱਚੋਂ ਮਿਲਦਾ, ਸ਼ਬਦ ਦੀ ਕਮਾਈ ਦੇ ਵਿੱਚੋਂ ਮਿਲਦਾ। ਜਿੱਥੇ ਨਾਮ ਰੂਪੀ ਅੰਮ੍ਰਿਤ ਸਾਧ ਸੰਗਤ ਜੀ ਅਸੀਂ ਗੁਰਬਾਣੀ ਦੇ ਵਿੱਚੋਂ ਪ੍ਰਾਪਤ ਕਰਨਾ ਹੈ, ਉੱਥੇ ਸਾਡੇ ਸਾਰਿਆਂ ਦੇ ਵਾਸਤੇ ਖੰਡੇ ਬਾਟੇ ਦੀ ਪਹਾੜ ਰੂਪੀ ਅੰਮ੍ਰਿਤ ਦੀ ਦਾਤ ਲੈਣੀ ਛਕਣੀ ਵੀ ਬਹੁਤ ਜ਼ਰੂਰੀ ਹੈ। ਅਸੀਂ ਕਈ ਵਾਰ ਕਹਿ ਦਿੰਦੇ ਸਾਨੂੰ ਕੀ ਲੋੜ ਹੈ, ਅਸੀਂ ਬਾਣੀ ਵੀ ਪੜ੍ਹਦੇ, ਸੇਵਾ ਵੀ ਕਰਦੇ, ਸੰਗਤ ਵੀ ਕਰਦੇ, ਅਸੀਂ ਅੰਮ੍ਰਿਤ ਛਕਣ ਦੀ ਕੀ ਲੋੜ, ਅਸੀਂ ਅੰਮ੍ਰਿਤ ਛਕਿਆਂ ਵਰਗੇ ਹੀ ਹਾਂ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ, ਇਤਿਹਾਸ ਹੈ ਕਿ 5 ਪਿਆਰਿਆਂ ਤੋਂ ਸਭ ਤੋਂ ਪਹਿਲਾਂ ਜੇ ਕਿਸੇ ਨੇ ਅੰਮ੍ਰਿਤ ਛਕਿਆ ਤੇ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਛਕਿਆ। ਤੇ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਦੀ ਦਾਤ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਇਆ ਤੇ ਸਾਡਾ ਕਿਵੇਂ ਹੋ ਜਾਵੇਗਾ। ਇਸ ਵਾਸਤੇ ਨਾਮ ਰੂਪੀ ਅੰਮ੍ਰਿਤ ਦੇ ਨਾਲ ਜੁੜਨਾ, ਸਿਮਰਨ ਦੇ ਨਾਲ ਜੁੜਨਾ, ਇਹ ਅੱਜ ਦੇ ਸ਼ਬਦ ਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਹੈ। ਤੇ ਇਹ ਨਾਮ ਰੂਪੀ ਅੰਮ੍ਰਿਤ ਦੀ ਦਾਤ ਮਿਲਣੀ ਕਿੱਥੋਂ ਹੈ ਸਾਧ ਸੰਗਤ ਜੀ? ਗੁਰੂ ਦੇ ਸ਼ਬਦ ਦੇ ਨਾਲ ਜੁੜਿਆ, ਗੁਰੂ ਦੀ ਸੰਗਤ ਦੇ ਨਾਲ ਜੁੜਿਆ। ਜਦੋਂ ਜੀਵ ਗੁਰੂ ਦੀ ਸੰਗਤ ਕਰਦਾ ਤੇ ਸੰਗਤ ਦੇ ਵਿੱਚੋਂ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਇਹ ਅੰਮ੍ਰਿਤ ਨਾਮ ਮਿਲ ਕੇ ਹੀ ਪੀਆ ਜਾ ਸਕਦਾ। ਤੇ ਮਿਲਣਾ ਕਿਹਨੂੰ ਹੈ? ਸਤਿਗੁਰੂ ਦੀ ਸੰਗਤ ਦੇ ਵਿੱਚੋਂ। ਇਹ ਨਾਮ ਰੂਪੀ ਅੰਮ੍ਰਿਤ ਵੀ ਸਤਿਗੁਰੂ ਦੀ ਸੰਗਤ ਵਿੱਚੋਂ ਲਈਏ, ਖੰਡੇ ਬਾਟੇ ਦੀ ਪਹੁਲ ਵੀ ਜਿਹੜੀ ਹੈ ਉਹ ਜ਼ਰੂਰ ਸਾਰੇ ਆਪਾਂ ਲਈਏ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ। ਧੰਨਵਾਦ ਆਪ ਜੀ ਸਾਰੀਆਂ ਹੀ ਸੰਗਤਾਂ ਦਾ। ਕੋਟਾਨ ਕੋਟ ਸ਼ੁਕਰਾਨਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ, ਆਪਣੇ ਚਰਨਾਂ 'ਚ ਜੁੜ ਬੈਠਣ ਦਾ ਸੁਭਾਗੜਾ ਸਮਾਂ ਸਾਨੂੰ ਬਖਸ਼ਿਸ਼ ਕੀਤਾ। ਆਓ ਹੋਈਆਂ ਬੇਅੰਤ ਹੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦਿਆਂ ਹੋਇਆਂ, ਅੱਗੇ ਵਾਸਤੇ ਅਸੀਸ ਬਖਸ਼ਦਿਆਂ ਹੋਇਆਂ ਸਾਰੀ ਸੰਗਤ ਇੱਕ ਵਾਰ ਫੇਰ ਪਿਆਰ ਅਦਬ ਸਹਿਤ ਸਤਿਗੁਰਾਂ ਦੀ ਬਖਸ਼ਿਸ਼ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।